ਖਬਰ ਤੁਸੀਂ ਧੱਕੇ ਨਾਲ ਪਾਣੀ ਪੀਓਗੇ ਜੇ ਮੈਂ ਪਿਲਾਉਂਗਾ ਤੁਹਾਨੂੰ? ਜੋ ਮੈਨੂੰ ਪਿਆਸ ਹੋਊਗੀ ਤਾਂ ਜ਼ਰੂਰ ਪੀਊਂਗਾ। ਉਹ ਧੱਕੇ ਨਾਲ ਤਾਂ ਨਹੀਂ ਪਿਲਾ ਸਕਦਾ ਨਾ ਮੈਂ। ਜੇ ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦੇ ਕਾਨੂੰਨ, ਫਿਰ ਦੱਸੋ ਧੱਕੇ ਨਾਲ ਕਿਉਂ ਕਹਿੰਦੇ ਨਹੀਂ ਚਾਹੀਦਾ? ਕਿਹੜੇ ਕਹਿੰਦੇ ਚਾਹੀਦੇ ਆ? ਉਹ ਕਿਹੜਾ ਕਿਹੜੇ ਨੇ ਉਹ? 55 ਕਰੋੜ ਕਿਸਾਨ ਹੈ, 50,000 ਕਿਸਾਨ ਬੈਠ ਕੇ ਤੈਅ ਕਰੂਗਾ। ਕਿਹਨੇ ਕਹਿੰਦਾ 50,000? ਤੁਸੀਂ ਗਏ ਹੋ ਉੱਥੇ? ਤੁਸੀਂ ਹੋਰ ਕਿੰਨੇ ਨੇ? ਚੱਕ ਲਾ ਤੁਸੀਂ ਕਿਹੜਾ ਮਾਰ ਕੇ ਆਓ, ਫਿਰ ਜਿਹੜਾ ਮਾਰ ਕੇ ਉੱਥੇ ਜਾ ਕੇ ਕਹੋਗੇ ਵੀ ਲਾਖੀ ਹੋ ਤੁਸੀਂ। ਉੱਥੇ ਫੁਕਰੀ ਵੱਜ ਰਹੀ ਆ, ਹੋਰ ਕੁਝ ਨਹੀਂ ਹੋ ਰਿਹਾ, ਕੱਲੀ ਫੁਕਰੀ। ਉਹੀ ਤਾਂ ਗੱਲ ਚੱਲਦੀ ਪਈ। ਜਦ ਜੇ ਕਿਸਾਨ ਸੜਕਾਂ ਤੇ ਰਹੂਗਾ, ਕੰਮ ਕੌਣ ਕਰੂਗਾ ਖੇਤਾਂ ਦੇ ਵਿੱਚ? ਤਾਂ ਸਾਡੇ ਕੋਲ ਅੰਨ ਕਿੱਥੋਂ ਆਊਗਾ ਦੱਸੋ ਮੈਨੂੰ? ਇਹਨੇ ਮਿੱਲਾਂ 'ਚ ਲੈ ਕੇ ਆਂਦੇ, ਮਿੱਲਾਂ ਨੂੰ ਵਿੱਚ ਉਹਨਾਂ ਨੂੰ ਰੇਟ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ ਉਹਨਾਂ? ਉਹੀ ਤਾਂ ਮੇਰਾ ਹੀ ਤਾਂ ਰੋਣਾ ਵਾ, ਇਹੀ ਤਾਂ ਮੋਦੀ ਰੋਂਦਾ। ਥਾਪਰੀ ਤੁਸੀਂ ਸੁਣਿਆ ਨਹੀਂ, ਵਰਲਡ ਬੈਂਕ ਦੇ ਕੋਲ ਕਰਜ਼ਾ ਲਿਆ ਹੋਇਆ ਸੀ। ਵਰਲਡ ਬੈਂਕ ਦੇ ਕੋਲ ਵੀ ਲਿਆ, RBI ਦੇ ਕੋਲ ਵੀ 1,72,000 ਕਰੋੜ ਰੁਪਇਆ ਲਿਆ ਹੋਇਆ ਵਾ। ਦੱਸੋ ਕਿੱਥੇ? ਕੋਈ ਕੰਮ ਕਰਨਾ ਅਸੀਂ ਭੀਖ ਮੰਗਣ ਜਾਂਦੇ ਸੀ ਵਰਲਡ ਬੈਂਕ ਕੋਲੋਂ। ਕਿਹੜੀ ਭੀਖ ਮੰਗੀ ਅਸੀਂ ਪਿਛਲੇ 6 ਸਾਲਾਂ 'ਚੋਂ? ਅਸੀਂ ਇਕੱਲੇ ਇਹਨਾਂ ਨੇ ਕਿਸਾਨਾਂ ਦੀ, ਤੁਸੀਂ ਕਿਸਾਨਾਂ ਦੇ ਮੁੱਦੇ ਦੀ ਗੱਲ ਕੀਤੀ, ਇਕੱਲੇ ਪੰਜਾਬ ਦੇ ਕਿਸਾਨ ਨੂੰ ਤਕਲੀਫ ਹੈ। ਉੱਥੇ ਇਕੱਲੇ ਪੰਜਾਬ ਵਾਲੇ ਨਹੀਂ ਹੈਗੇ, ਹਰਿਆਣਾ ਬੈਠਾ ਤੇ ਹੋਰ ਉੱਤਰ ਪ੍ਰਦੇਸ਼, ਮੇਰੀ ਗੱਲ ਸੁਣੋ। ਕਿ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਆਂ। ਕੌਣ ਕਿਹਨੇ ਕੱਢਦੀਆਂ ਤੁਹਾਨੂੰ ਗਾਲਾਂ? ਕਿਹਨੇ ਕੱਢੀਆਂ ਨੇ? ਜੋਗਰਾਜ ਸਿੰਘ ਕੱਢ ਕੇ ਨਹੀਂ ਗਿਆ। ਜ਼ਿਲ੍ਹੇ ਇਹ ਸੀਗਾ ਨਾ ਸਹੀ ਕਿਸਾਨ, ਜੇ ਸਹੀ ਕਿਸਾਨ ਸੰਗਠਨ ਸੀ, ਜ਼ਿਲ੍ਹੇ ਉਹਨੇ ਸਟੇਜ ਦੇ ਉੱਤੇ ਗਾਲਾਂ ਕੱਢੀਆਂ ਸੀ, ਉੱਥੇ ਹੀ ਉਹਦਾ ਕਟਾਪਾ ਹੁੰਦਾ, ਉੱਥੇ ਹੀ ਉਹਦਾ ਮਾਈਕ ਖੋਇਆ ਜਾਂਦਾ। ਪਹਿਲਾਂ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਉਹ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ। ਲੱਖਾ ਸਹਾਣਾ ਵਰਗਾ ਬੈਠਾ ਉੱਥੇ ਬੰਦਾ ਖਾਲਿਸਤਾਨ ਦੀ ਗੱਲ ਕਰਦਾ। ਮੇਰਾ ਇੱਕੋ ਇੱਕ ਕਹਿਣਾ, ਅਗਰ ਕੇਂਦਰ ਸਰਕਾਰ ਕਿਸਾਨਾਂ ਦੀ ਤਰੱਕੀ ਦੇ ਲਈ ਕੋਈ ਵਧੀਆ ਕਾਨੂੰਨ ਲੈ ਕੇ ਆਈ ਹੈ, ਉਹਨੂੰ ਸੋਚੇ ਸਮਝੇ ਬਗੈਰ ਜਿਹੜਾ ਅੰਦੋਲਨ ਕਰਨਾ ਬਿਲਕੁਲ ਬੇਵਕੂਫੀ ਹੈ। ਪਹਿਲਾਂ ਮੈਨੂੰ ਦੱਸੋ ਕਿਹੜੇ ਉੱਥੇ ਕਿਸਾਨ ਨੇ ਜਿਨ੍ਹਾਂ ਨੇ ਕਹਿੰਦਾ ਖਾਲਿਸਤਾਨ ਚਾਹੀਦਾ? ਪਹਿਲਾਂ ਮੈਨੂੰ ਇਹ ਜਵਾਬ ਦਿਓ। ਦੇਖੋ ਜਿਹੜਾ ਪਿੱਛੋਂ ਪੈਸਾ ਆ ਰਿਹਾ, ਦੇਖੋ ਕਿਹੜਾ ਪਿੱਛੋਂ ਪੈਸਾ ਆ ਰਿਹਾ? ਜਦੋਂ ਇੱਥੇ ਲੰਗਰ ਲੱਗਦੇ ਨੇ ਉਸ ਵੇਲੇ ਕੋਈ ਨਹੀਂ ਕਹਿੰਦਾ ਫੰਡਿੰਗ ਕਿੱਥੋਂ ਆ ਗਈ। ਉੱਥੇ ਲੰਗਰ ਲੱਗੇ ਹੋਏ ਨੇ, ਜਿਹੜੇ ਪਿੰਡਾਂ ਦੇ ਵਿੱਚੋਂ ਪੈਸੇ ਜਾਂਦੇ ਨੇ, ਮੰਨਦੇ ਆ ਲੰਗਰ ਦੇ ਲਈ ਜਾਂਦੇ ਨੇ। ਲੰਗਰ ਦੇ ਲਈ ਸਾਰਾ ਇੱਥੋਂ ਜਾਂਦਾ ਵਾ, ਜਿੰਨਾ ਅੰਨ ਜਾਂਦਾ ਵਾ ਘਰਾਂ ਦੇ ਵਿੱਚੋਂ ਜਾਂਦਾ ਵਾ, ਇਕੱਠੇ ਹੋ ਕੇ ਜਾਂਦਾ। ਦੱਸੋ ਕਿਹੜੇ ਖਾਲਿਸਤਾਨੀ ਤੁਸੀਂ ਸਪੋਰਟ ਕਰਤੀ? ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜਾ ਕੇਂਦਰ 'ਚ ਮੋਦੀ ਬੈਠਾ ਇਹਦੀ ਪਿੱਠ ਲਾਣਾ। ਜਦ ਜੱਟ ਨੂੰ ਬਾਣੀਆਂ ਨਾ ਮਾਰੇ ਤਾਂ ਜੱਟ ਸ਼ਾਹੂਕਾਰ ਹੋਵੇ। ਜੇ ਹੁਣ ਬਾਣੀਆਂ ਤੋਂ ਬਚਾਅ ਕਰਨ ਦਾ ਮੋਦੀ ਨੇ ਇੰਤਜ਼ਾਮ ਕੀਤਾ ਤਾਂ ਬਾਣੀਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਜੱਟ ਫੇਰ ਬੁੱਧੂ ਬਣਦੇ ਆ। ਜੇ ਕਿਸਾਨ ਅੰਨ ਉਗਾਊਗਾ ਹੀ ਨਹੀਂ, ਤੁਸੀਂ ਦੱਸੋ ਕੋਠਿਆਂ ਤੇ ਆਪਾਂ ਲਾਵਾਂਗੇ ਜਾਂ ਗਮਲਿਆਂ 'ਚ ਲਾਵਾਂਗੇ, ਕਿਵੇਂ ਹੋਊਗਾ? ਜਦੋਂ ਉਹ ਅੰਨ ਉਗਾਊਗਾ ਤਾਂ ਹੀ ਘਰਾਂ ਦੇ ਵਿੱਚ ਪਹੁੰਚੂਗਾ। ਇੰਦਰਾ ਗਾਂਧੀ ਮਰ ਗਈ, ਹੋਰ ਏਡੇ ਏਡੇ ਵੱਡੇ ਪ੍ਰਧਾਨ ਮੰਤਰੀ ਬਣ ਗਏ, ਦੇਸ਼ ਤਾਂ ਚੱਲਦਾ ਹੀ ਪਿਆ ਨਾ। ਜਿਹੜਾ ਕਹਿੰਦੇ ਦੇਸ਼ ਨਹੀਂ ਚੱਲੂਗਾ, ਦੇਸ਼ ਤਾਂ ਚੱਲਦਾ ਰਹਿਣਾ, ਦੇਸ਼ ਤੋਂ ਨਹੀਂ ਰੁਕਣਾ। ਇਸ ਤਰ੍ਹਾਂ ਹੀ ਜੇ ਕਿਸਾਨ ਨਹੀਂ ਉਗਾਊਗਾ, ਮੈਂ ਉਗਾਊਂਗਾ, ਮੈਂ ਹੌਜਰੀ ਨਹੀਂ ਬਣਾਊਂਗਾ, ਕਿਸਾਨ ਬਣਾਊਗਾ। ਇਹ ਤਾਂ ਇੱਕ ਧੰਦਾ ਹੈ। ਉਹਨੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਖੇਤੀ ਦਾ ਧੰਦਾ ਅਪਣਾਇਆ। ਉਗਾਇਆ ਕੀ ਨੇ ਆ? ਗੱਲ ਤਾਂ ਮੁੱਦਾ ਤੇ ਹੀ ਉਹਦਾ, ਉਗਾਇਆ ਕੀ ਨੇ ਆ? ਤਾਂ ਸਰਕਾਰ ਨੇ ਮੁਹੱਈਆ ਮਸ਼ੀਨਾਂ ਆ ਬਣਾ ਕੇ ਲਿਆ। ਬਾਊ ਜੀ ਮੇਰੀ ਗੱਲ ਸੁਣੋ, ਮੋਟੇ ਟਾਇਰਾਂ ਵਾਲੀਆਂ ਗੱਡੀਆਂ ਬਿਜ਼ਨਸਮੈਨ ਦੇ ਨਿਆਣੇ ਨਹੀਂ ਚੱਕਦੇ, ਮੋਟੇ ਟਾਇਰਾਂ ਵਾਲੀਆਂ ਗੱਡੀਆਂ ਇਹਨਾਂ ਦੇ ਨਿਆਣੇ ਹੀ ਚੱਕਦੇ ਆ। ਮਿਹਨਤ ਕਰਦੇ ਪਏ ਨੇ ਤਾਂ ਹੀ ਚੱਕਦੇ ਨੇ। ਮਿਹਨਤ ਕਰਕੇ ਪੈਸੇ ਕਮਾਉਂਦੇ ਆ ਨਾ, ਅਸੀਂ ਵੀ ਮਿਹਨਤ ਕਰਕੇ ਕਮਾਉਂਦੇ ਆ। ਅਸੀਂ ਆਪਣੀ ਮਿਹਨਤ ਦੀ ਕਮਾਈ ਇਹਨਾਂ ਨੂੰ ਕਿੱਦਾਂ ਫਾਲਤੂ ਦੇ ਦਈਏ? ਕਿਉਂ ਦਈਏ? ਅਸੀਂ ਇਹਨਾਂ ਨੂੰ ਛੂਟਾਂ ਦੇ ਵਿੱਚ ਸਾਡਾ ਟੈਕਸ ਕਿਉਂ ਜਾਵੇ? ਬਿਜਲੀ ਕਿਉਂ ਮੰਗਦੇ ਨੇ? ਫਿਰ ਵੀ ਮਿਹਨਤ ਕਰਦੇ ਨੇ, ਫ੍ਰੀ ਬਿਜਲੀ ਕਿਉਂ ਮੰਗਦੇ ਨੇ? ਅਡਾਨੀ ਅੰਬਾਨੀ ਨੇ ਆਪ ਥੋੜੀ ਆ ਕੇ ਮਸ਼ੀਨਾਂ ਚਲਾਉਣੀਆਂ, ਆਪ ਥੋੜੀ ਆ ਕੇ ਉੱਥੇ ਖੇਤਾਂ ਦੇ ਵਿੱਚੋਂ ਮਾਲ ਚੱਕ ਕੇ ਲੈ ਕੇ ਜਾਣਾ। ਉਹਨੇ ਬੰਦਿਆਂ ਨੂੰ ਹੀ ਕੰਮ ਦੇਣਾ, ਬੰਦਿਆਂ ਨੂੰ ਹੀ ਕੰਮ। ਇਹੀ ਪੰਜਾਬ ਦੇ ਨੌਜਵਾਨ ਨੂੰ ਕੰਮ ਮਿਲਣਾ। ਉਹਨਾਂ ਨੇ ਬਾਹਰੋਂ ਨਹੀਂ ਲੈ ਕੇ ਆਣੇ, ਇੰਪੋਰਟ ਨਹੀਂ ਕਰਨੇ। ਬਾਰਡਰ ਦੇ ਉੱਤੇ ਚੀਨੀ ਸੈਨਿਕ ਸਾਡੇ ਹਿੰਦੁਸਤਾਨ ਦੇ ਵਿੱਚ ਵੜਨ ਦੀ ਗੱਲ ਕਰਦੇ ਨੇ, ਉਦੋਂ ਸਾਰਾ ਹਿੰਦੁਸਤਾਨ ਦੀ ਸੈਨਾ ਹੀ ਨਹੀਂ, ਪੂਰਾ ਵਰਲਡ ਸਾਡੇ ਦੇ ਨਾਲ ਖੜਾ ਹੁੰਦਾ ਚਾਈਨਾ ਦੇ ਅੰਗੇਜ। ਇਹਨੂੰ ਕੀ ਐਨੀਆਂ ਤੁਸੀਂ ਗੱਲ ਸੋ, ਚਾਈਨਾ ਦਾ ਬਾਉਂਡਰੀ ਤਾਂ ਪਹਿਲੇ ਕਵਰ ਕੀਤੀ ਹੈ। ਤੁਸੀਂ ਖਬਰਾਂ ਸੁਣਦੇ ਹੋ, ਪਤਾ ਨਹੀਂ ਕਿਹੜੇ ਚੈਨਲ ਤੁਸੀਂ ਦੇਖਦੇ ਹੋ, ਮੈਨੂੰ ਨਹੀਂ ਪਤਾ ਹੈਗਾ, ਪਰ ਅਸਲ ਚੈਨਲ ਦੇਖੋ ਜਿਹਦੇ ਵਿੱਚ ਦੱਸਦੇ ਨੇ ਵੀ ਚਾਈਨਾ ਨੇ ਓਕੂਪਾਈ ਕੀਤੀ ਹੋਈ ਹੈ ਜ਼ਮੀਨ ਸਾਡੀ ਇੰਡੀਆ ਦੀ। ਹੁਣ ਜਦੋਂ ਪਾਣੀ ਲਾਉਣਾ ਆ, ਜਦੋਂ ਪਾਣੀ ਲਾਉਣ ਦੀ ਵਾਰੀ ਆਉਂਦੀ ਆ ਤਾਂ ਉਸ ਵੇਲੇ ਸਾਰੀ ਰਾਤ ਮੋਟਰਾਂ ਚੱਲਦੀਆਂ ਨੇ। ਤੁਸੀਂ ਦੱਸੋ ਬਿੱਲ ਭਰ ਦੋਗੇ ਉਹਨਾਂ? ਤੁਸੀਂ ਜਿਹੜਾ ਪਿੰਡ 'ਚ ਰਹਿੰਦਾ 4 ਕਿੱਲੇ ਦਾ ਮਾਲਕ ਹੈ, ਜਿਹਦੇ 1 ਕਿੱਲਾ 25-25 ਲੱਖ ਰੁਪਏ ਦਾ, ਉਹ ਗਰੀਬ ਜਿਹੜਾ ਲੋਨ ਮਾਫ ਕੀਤਾ ਜਾਂਦਾ, ਉਹਦਾ ਕਿਤੇ ਨਾ ਕਿਤੇ ਪੈਸਾ ਬੋਝ ਕਿਹਦੇ ਉੱਤੇ ਪੈਂਦਾ? ਸ਼ਹਿਰੀ ਵਰਗ ਦੇ ਉੱਤੇ ਪੈਂਦਾ, ਵਪਾਰੀ ਵਰਗ ਦੇ ਉੱਤੇ ਪੈਂਦਾ, ਮੇਰੇ ਉੱਤੇ ਪੈਂਦਾ, ਮੇਰੇ ਸਾਥੀਆਂ ਉੱਤੇ ਪੈਂਦਾ। ਉਹ ਭੁਗਤਾਨ ਕੌਣ ਕਰੇਗਾ? ਤੁਸੀਂ ਉਹ ਦੇਖ ਲਿਆ। ਹੁਣ ਮੇਰੀ ਗੱਲ ਦਾ ਜਵਾਬ ਦਿਓ। ਪ੍ਰਧਾਨ ਮੰਤਰੀ ਗੇੜਾ ਕੱਢ ਕੇ ਆਉਂਦੇ ਨੇ, ਫੋਰਨ ਜਾ ਕੇ ਆਉਂਦੇ ਨੇ, ਜਾਂ ਪ੍ਰਧਾਨ ਮੰਤਰੀ ਕਿਤੇ ਵੀ ਆਉਂਦੇ ਨੇ ਕਿਸੇ ਸੂਬੇ ਦੇ ਵਿੱਚ, ਤਾਂ ਉਹਨਾਂ ਟੈਕਸ ਕਿੱਥੋਂ ਆਉਂਦਾ? ਉਹ ਵੀ ਸਾਡੇ ਟੈਕਸ ਜਾਂਦਾ, ਤੁਹਾਡਾ ਟੈਕਸ ਜਾਂਦਾ, ਇਹਨਾਂ ਦਾ ਟੈਕਸ ਜਾਂਦਾ। ਉਦੋਂ ਗੱਲ ਕਿਉਂ ਨਹੀਂ ਚੱਕਦੇ ਤੁਸੀਂ? ਕੇਂਦਰ ਸਰਕਾਰ ਕਹਿ ਰਹੀ ਹੈ ਅਗਰ ਤੁਹਾਨੂੰ ਕੁਝ ਲੱਗਦਾ ਵੀ ਬਿੱਲਾਂ ਦੇ ਵਿੱਚ ਕੁਝ ਸਾਨੂੰ ਅਮੈਂਡਮੈਂਟ ਕਰਨਾ ਚਾਹੀਦਾ, ਅਸੀਂ ਲੋਕ ਤਿਆਰ ਬੈਠੇ ਆ। ਪਰ ਦੂਜੇ ਪਾਸੇ ਕਿਸਾਨ ਕੀ ਕਹਿ ਰਹੇ ਆ ਵੀ ਇਹ ਬਿੱਲ ਅਸੀਂ ਰੱਦ ਕਰਾ ਕੇ ਜਾਵਾਂਗੇ। ਕਿਸਾਨਾਂ ਦੇ ਵੱਲੋਂ ਅਮੈਂਡਮੈਂਟ ਕਿਹਾ ਹੀ ਨਹੀਂ ਗਿਆ ਸੀ ਵੀ ਸਾਨੂੰ ਅਮੈਂਡਮੈਂਟ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਸੀਗਾ ਸਾਨੂੰ ਕਾਨੂੰਨ ਵਾਪਸ ਚਾਹੀਦੇ ਨੇ, ਤੇ ਸਰਕਾਰ ਕਹਿੰਦੀ ਅਮੈਂਡਮੈਂਟ ਕਰਾਂਗੇ। ਤੁਸੀਂ ਕਿਵੇਂ ਕਹਿ ਦਿੰਦੇ ਹੋ ਇਸ ਗੱਲ ਨੂੰ ਵੀ ਅਮੈਂਡਮੈਂਟ ਮੰਗਦੇ ਪਏ ਨੇ?
ਅਗਰ ਰੇਲ ਬੰਦ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਵਪਾਰੀ ਆਣਾ ਉਹ ਮਾਲ ਗੱਡੀ 'ਚ ਬਹਿ ਕੇ ਆਊਗਾ। ਹਾਈਵੇ ਓਪਨ ਸੀਗੇ, ਹਾਈਵੇ ਓਪਨ ਨੇ। ਹਾਈਵੇ ਤਾਂ ਦਿੱਲੀ ਦੀ ਹਾਈਵੇ ਦੀ ਗੱਲ ਕਰਦੇ ਹੋ, ਦਿੱਲੀ ਹਾਈਵੇ ਓਪਨ ਆ, ਉਹਨਾਂ ਨੇ ਰਾਹ ਛੱਡਿਆ ਹੋਇਆ ਕਿਸਾਨਾਂ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਗੁਰਦੀਪ ਸਿੰਘ ਲੰਮੇ। ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਬਹੁਤ ਨੇ, ਲੇਕਿਨ ਕਿਸਾਨਾਂ ਦਾ ਜਿਹੜਾ ਵਿਰੋਧ ਕਰਨ ਵਾਲੇ ਬਹੁਤ ਜਿਹੜੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਸ਼ਿਵ ਸੈਨਾ ਪੰਜਾਬ ਵੀ ਜਿਹੜੀ ਹੈ ਵਿਰੋਧ ਕਰ ਰਹੀ ਹੈ ਕਿਸਾਨਾਂ ਦੇ ਅੰਦੋਲਨ ਦਾ। ਤਾਂ ਸਾਡੇ ਨਾਲ ਇਸ ਵੇਲੇ ਸ਼ਿਵ ਸੈਨਾ ਪੰਜਾਬ ਤੋਂ ਰਾਜੀਵ ਟੰਡਨ ਜੀ ਮੌਜੂਦ ਨੇ, ਨਾਲ ਥਾਪਰ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਟੰਡਨ ਜੀ, ਪਹਿਲਾਂ ਦੱਸੋ ਕਿ ਤੁਹਾਨੂੰ ਇਸ ਵਿਰੋਧ ਦਾ ਮਤਲਬ ਕੀ ਹੈ, ਕਿ ਤੁਸੀਂ ਵਿਰੋਧ ਕਰਨਾ ਕਿਉਂ ਚਾਹੁੰਦੇ ਹੋ ਕਿਸਾਨਾਂ ਦਾ, ਇਹ ਰੀਜ਼ਨ ਕੀ ਰਿਹਾ ਇਸ ਦਾ? ਜੈਕਾਰਾ ਵੀਰ ਬਜਰੰਗੇ, ਹਰ ਹਰ ਮਹਾਦੇਵ। ਪਹਿਲਾਂ ਤਾਂ ਇੱਕੋ ਇੱਕ ਗੱਲ ਹੈ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਜਿਹੜਾ ਪੰਜਾਬ ਮਾਹੌਲ ਖਰਾਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਾਂ ਲੋਕਾਂ ਨੇ ਸੋਚ ਬਣਾਈ ਹੋਈ ਹੈ ਵੀ ਇਸ ਅੰਦੋਲਨ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ, ਉਸ ਗੱਲ ਨੂੰ ਲੈ ਕੇ ਪਹਿਲਾਂ ਤਾਂ ਸਾਡਾ ਵਿਰੋਧ ਹੈ ਕਿਸਾਨ ਅੰਦੋਲਨ ਦਾ। ਦੂਜਾ ਸਾਡਾ ਵਿਰੋਧ ਹੈ ਵੀ ਕਿਸਾਨ ਅੰਦੋਲਨ ਜਿਹੜਾ ਹੋ ਰਿਹਾ ਇੱਕ ਜਿੱਦ ਦਾ ਅੰਦੋਲਨ ਹੈ। ਸਰਕਾਰਾਂ ਨੇ, ਕੇਂਦਰ ਸਰਕਾਰ ਇੱਕ ਕਾਨੂੰਨ ਬਣਾ ਰਹੀ ਹੈ, ਕਿਸਾਨ ਹਿਤੈਸ਼ੀ ਬਿੱਲ ਬਣਾ ਰਹੀ ਹੈ, ਕਿਸਾਨ ਦੀ ਸੁਵਿਧਾ ਲਈ ਬਿੱਲ ਬਣਾ ਰਹੀ ਹੈ। ਅਗਰ ਕਿਸਾਨਾਂ ਨੂੰ ਬਿੱਲ ਨਹੀਂ ਪਸੰਦ ਤਾਂ ਕਿਸਾਨ ਉਹਦਾ ਵਿਰੋਧ ਕਰ ਰਹੇ ਨੇ, ਠੀਕ ਹੈ ਜੀ। ਦੂਜੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਹੈ ਅਗਰ ਤੁਹਾਨੂੰ ਕੁਝ ਲੱਗਦਾ ਵੀ ਬਿੱਲਾਂ ਦੇ ਵਿੱਚ ਕੁਝ ਸਾਨੂੰ ਅਮੈਂਡਮੈਂਟ ਕਰਨਾ ਚਾਹੀਦਾ, ਅਸੀਂ ਲੋਕ ਤਿਆਰ ਬੈਠੇ ਹਾਂ। ਪਰ ਦੂਜੇ ਪਾਸੇ ਕਿਸਾਨ ਕੀ ਕਹਿ ਰਹੇ ਆ ਵੀ ਇਹ ਬਿੱਲ ਅਸੀਂ ਰੱਦ ਕਰਾ ਕੇ ਜਾਵਾਂਗੇ। ਇਹਦਾ ਇੱਕ ਵੱਡਾ ਕਾਰਨ, ਦੂਜਾ ਵੱਡਾ ਕਾਰਨ ਸਾਡਾ ਇੱਕੋ ਹੈ। ਪਹਿਲਾਂ ਕਿਸਾਨਾਂ ਨੇ ਰੇਲ ਰੋਕ ਕੇ ਰੱਖੀਆਂ, ਜਿਹਦੇ ਨਾਲ ਬਾਹਰੋਂ ਜਿਹੜਾ ਪੰਜਾਬ ਤੋਂ ਬਾਹਰੋਂ ਜਿਹੜਾ ਵਪਾਰੀ ਜਾਣਾ ਸੀ ਉਹ ਸਾਡੇ ਲੁਧਿਆਣੇ, ਅੰਮ੍ਰਿਤਸਰ, ਪੰਜਾਬ ਦੇ ਵਿੱਚ ਨਹੀਂ ਆ ਸਕਿਆ। ਉਸ ਤੋਂ ਬਾਅਦ ਦਿੱਲੀ ਹਾਈਵੇ ਜਾਮ ਕਰ ਦਿੱਤਾ। ਉਹਦੇ ਨਾਲ ਜਿਹੜਾ ਸਾਡਾ ਦਿੱਲੀ ਤੋਂ ਮਾਲ ਆਣਾ ਜਾਣਾ ਹੁੰਦਾ ਉਹ ਬਿਲਕੁਲ ਬੰਦ ਹੋ ਗਿਆ। ਸਾਡਾ ਲੁਧਿਆਣਾ ਸ਼ਹਿਰ, ਅੰਮ੍ਰਿਤਸਰ ਸ਼ਹਿਰ ਹੌਜ਼ਰੀ ਵਪਾਰੀ ਸ਼ਹਿਰ ਹੈ, ਜਿਹਦਾ ਕੰਮ ਸਿਰਫ 3 ਮਹੀਨੇ ਲਈ ਕੰਮ ਹੁੰਦਾ ਸਾਡਾ ਹੌਜ਼ਰੀ ਦਾ। ਅਗਰ ਇਹ 3 ਮਹੀਨੇ ਸਾਡਾ ਪੰਜਾਬ ਵਿੱਚ ਹੜਤਾਲਾਂ ਹੁੰਦੀਆਂ ਰਹੀਆਂ, ਰੇਲ ਰੋਕੋ ਅੰਦੋਲਨ ਹੁੰਦੇ ਰਹੇ, ਹਾਈਵੇ ਜਾਮ ਅੰਦੋਲਨ ਹੁੰਦੇ ਰਹੇ, ਉਹਦਾ ਭਾਰ ਕਿਹਦੇ ਉੱਤੇ ਪਏਗਾ? ਸ਼ਹਿਰੀ ਵਰਗ ਦੇ ਉੱਤੇ ਪਿਆ। ਖਾਸ ਕਰਕੇ ਲੁਧਿਆਣੇ ਦੇ ਹੌਜ਼ਰੀ ਵਪਾਰ ਨੂੰ ਇਹਦਾ ਬੜਾ ਵੱਡਾ ਨੁਕਸਾਨ ਹੈ। ਇਸ ਕਰਕੇ ਅਸੀਂ ਲੋਕ ਵਿਰੋਧ ਕਰਦੇ ਹਾਂ। ਰਾਜੀਵ ਜੀ, ਤੁਸੀਂ ਗੱਲ ਕਹਿੰਦੇ ਹੋ ਵੀ ਵਿਰੋਧ ਚੱਲਦਾ ਪਿਆ ਸੀਗਾ, ਟ੍ਰੇਨਾਂ ਬੰਦ ਰਹੀਆਂ ਨੇ, ਤਾਂ ਕਿਸਾਨਾਂ ਨੇ ਟ੍ਰੇਨਾਂ ਦਾ ਰਾਸਤਾ ਵੀ ਦੇ ਦਿੱਤਾ ਸੀ। ਉਹ ਕਹਿੰਦੇ ਸੀ ਵੀ ਮਾਲ ਗੱਡੀਆਂ ਲੰਘਣ ਦਿੱਤੀਆਂ ਜਾਣਗੀਆਂ, ਕੋਈ ਚੱਕ ਨਹੀਂ, ਪੈਸੇਂਜਰ ਟ੍ਰੇਨ ਨਹੀਂ ਨਿਕਲਣ ਦਿੱਤੀ ਜਾਊਗੀ। ਉਸ ਤੋਂ ਬਾਅਦ ਤੁਸੀਂ ਗੱਲ ਕਰਦੇ ਹੋ ਅੰਦੋਲਨ ਦੀ। ਅੰਦੋਲਨ ਦਾ ਸ਼ਾਂਤਮਈ ਅੰਦੋਲਨ ਚੱਲਦਾ ਪਿਆ, ਉੱਥੇ ਕਿਸੇ ਤਰ੍ਹਾਂ ਦਾ ਕੁਝ ਹੋਰ ਚੱਲ ਨਹੀਂ ਰਿਹਾ ਹੈਗਾ। ਤੁਸੀਂ ਕਹਿੰਦੇ ਵੀ ਉੱਥੇ ਹੁੱਲੜਬਾਜ਼ੀ ਹੋ ਰਹੀ ਹੈ ਜਾਂ ਹੋਰ ਬਹੁਤ ਕੁਝ ਹੋ ਰਿਹਾ ਵਾ, ਐਦਾਂ ਦਾ ਕੁਝ ਹੋ ਨਹੀਂ ਰਿਹਾ। ਨਾਲੇ ਉਦੋਂ ਤੀਜੀ ਗੱਲ ਇਹ ਹੈ, ਕਿਸਾਨਾਂ ਦੇ ਵੱਲੋਂ ਅਮੈਂਡਮੈਂਟ ਕਿਹਾ ਹੀ ਨਹੀਂ ਗਿਆ ਸੀ ਵੀ ਸਾਨੂੰ ਅਮੈਂਡਮੈਂਟ ਚਾਹੀਦੀ ਹੈ। ਕਿਸਾਨਾਂ ਨੇ ਕਿਹਾ ਸੀਗਾ ਸਾਨੂੰ ਕਾਨੂੰਨ ਵਾਪਸ ਚਾਹੀਦੇ ਨੇ, ਤੇ ਸਰਕਾਰ ਕਹਿੰਦੀ ਅਮੈਂਡਮੈਂਟ ਕਰਾਂਗੇ। ਤੁਸੀਂ ਕਿਵੇਂ ਕਹਿ ਦਿੰਦੇ ਹੋ ਇਸ ਗੱਲ ਨੂੰ ਵੀ ਅਮੈਂਡਮੈਂਟ ਮੰਗਦੇ ਪਏ ਨੇ? ਰੇਲ ਰੋਕੋ ਦੀ ਗੱਲ ਕਰਦੇ ਹੋ, ਮਾਲ ਗੱਡੀ ਦੇ ਵਿੱਚੋਂ ਮਾਲ ਆਉਣ ਦੀ ਗੱਲ ਕਰਦੇ ਹੋ। ਅਸੀਂ ਗੱਲ ਕਰ ਰਹੇ ਹਾਂ ਵੀ ਦੂਜੇ ਪ੍ਰਦੇਸ਼ਾਂ 'ਚੋਂ ਜਿਹੜਾ ਵਪਾਰੀ ਆਣਾ ਉਹ ਕਿੱਦਾਂ ਸਾਡੇ ਲੁਧਿਆਣੇ ਆਏਗਾ। ਅਗਰ ਰੇਲ ਬੰਦ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਵਪਾਰੀ ਆਣਾ ਉਹ ਮਾਲ ਗੱਡੀ 'ਚ ਬਹਿ ਕੇ ਆਊਗਾ। ਹਾਈਵੇ ਓਪਨ ਸੀਗੇ, ਹਾਈਵੇ ਓਪਨ ਨੇ। ਹਾਈਵੇ ਤਾਂ ਦਿੱਲੀ ਦੀ ਹਾਈਵੇ ਦੀ ਗੱਲ ਕਰਦੇ ਹੋ, ਦਿੱਲੀ ਹਾਈਵੇ ਓਪਨ ਆ, ਉਹਨਾਂ ਨੇ ਰਾਹ ਛੱਡਿਆ ਹੋਇਆ ਕਿਸਾਨਾਂ ਨੇ। ਦਿੱਲੀ ਸੰਧੂ ਬਾਰਡਰ ਜਾਮ ਕੀਤਾ ਹੋਇਆ। ਇੱਕ ਜਿਹੜਾ ਮਾਹੌਲ ਚੱਲ ਰਿਹਾ ਸੋਸ਼ਲ ਮੀਡੀਆ ਉੱਤੇ, ਟੀਵੀ ਉੱਤੇ, ਇੱਕ ਡਰ ਦਾ ਮਾਹੌਲ ਹੈ। ਡਰ ਕਰਕੇ ਕਿੱਦਾਂ ਆ ਜਾਊਗਾ ਵਪਾਰੀ? ਹਮੇਸ਼ਾ ਵਪਾਰ ਕਰਨ ਵਾਲਾ ਵਿਅਕਤੀ ਹੈ, ਉਹ ਬਿਲਕੁਲ ਚਾਹੁੰਦਾ ਵੀ ਮੈਂ ਆਪਣਾ ਘਰ ਛੱਡ ਕੇ ਦੂਜੇ ਪ੍ਰਦੇਸ਼ ਚੱਲਾਂ ਤੇ ਮੈਨੂੰ ਡਰ ਨਹੀਂ ਹੋਣਾ ਚਾਹੀਦਾ। ਉਹਦੇ ਘਰਦਿਆਂ ਨੂੰ ਵੀ ਲੱਗਦਾ ਵੀ ਮੇਰਾ ਘਰ ਵਾਲਾ, ਲੇਡੀਜ਼ ਨੂੰ ਲੱਗਦਾ ਮੇਰਾ ਘਰ ਵਾਲਾ ਮੇਰਾ ਪ੍ਰਦੇਸ਼ ਛੱਡ ਕੇ ਪੰਜਾਬ ਜਾ ਰਿਹਾ, ਉੱਥੇ ਰੋਲਾ ਚੱਲ ਰਿਹਾ ਕਿਸਾਨਾਂ ਦਾ, ਮੈਂ ਆਪਣੇ ਘਰ ਵਾਲੇ ਨੂੰ ਬਾਹਰ ਨਹੀਂ ਭੇਜਣਾ। ਕਿੱਦਾਂ ਚੱਲੂਗਾ? ਤੁਸੀਂ ਸਿੰਘੂ ਬਾਰਡਰ ਗਏ ਹੋ? ਤੁਸੀਂ? ਮੈਂ ਗਿਆ ਜੀ, ਬਿਲਕੁਲ ਗਿਆ। ਉੱਥੇ ਤੁਸੀਂ ਦੇਖਿਆ ਵੀ ਰਾਹ ਛੱਡਿਆ ਹੋਇਆ ਉਹਨਾਂ ਨੇ ਸਪੈਸ਼ਲ। ਤੁਸੀਂ ਇਸ ਗੱਲੋਂ ਗੱਲਾਂ ਕਰੋ, ਪੰਜਾਬ ਨੇ 1980 ਤੋਂ ਲੈ ਕੇ 1992 ਦੇ ਵਿੱਚ ਤੱਕ ਬੜਾ ਅੱਤਵਾਦ ਦੇਖਿਆ। ਪੂਰੇ ਭਾਰਤ ਦੇ ਲੋਕਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਅੱਤਵਾਦੀਆਂ ਦੁਆਰਾ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀਆਂ ਜਾਂਦੀਆਂ ਰਹੀਆਂ। ਉਹਦਾ ਇੱਕ ਪ੍ਰਭਾਵ ਮੈਂਟਲੀ ਇਫੈਕਟ ਹੁੰਦਾ ਵੀ ਜਿਹੜਾ ਵਪਾਰੀ ਬਾਹਰੋਂ ਪੰਜਾਬ ਆਉਣ ਨੂੰ ਦੇਖ ਸੋਚਦਾ, ਪਰ ਉਹ ਜਿਹੜਾ ਮਾਹੌਲ ਚੱਲਦਾ ਪਿਆ ਉਹ ਤੋਂ ਡਰ ਕੇ ਪੰਜਾਬ 'ਚ ਨਹੀਂ ਆ ਰਿਹਾ। ਰਜੀਤ ਦੱਸੋ, ਤੁਸੀਂ ਪਾਣੀ ਪੀਓਗੇ? ਤੁਸੀਂ ਪਾਣੀ ਪੀਣਾ ਚਾਹੁੰਦੇ ਹੋ? ਬਿਲਕੁਲ ਪਾਣੀ ਪੀਂਦੇ ਜੀ, ਸਾਰਾ ਦੁਨੀਆ। ਮੈਂ ਕਿਹਾ ਹੁਣ ਤੁਸੀਂ ਪੀਣਾ ਚਾਹੁੰਦੇ ਹੋ? ਨਹੀਂ, ਬਿਲਕੁਲ ਨਹੀਂ। ਹੁਣ ਕਿਉਂ? ਹੁਣ ਜੇ ਮੈਂ ਤੁਹਾਨੂੰ ਧੱਕੇ ਨਾਲ ਪਿਲਾਉਂ ਤੁਸੀਂ ਪੀਓਗੇ? ਮੇਰੀ ਇੱਛਾ ਹੋਊਗੀ ਤਾਂ ਪੀਊਂਗਾ, ਮੇਰੀ ਧੱਕੇ ਨਾਲ ਕੋਈ ਪਿਲਾਉਂਗੇ ਤੁਸੀਂ? ਉਹੀ ਕਿਸਾਨਾਂ ਨਾਲ ਵੀ ਉਹੀ ਹੋ ਰਿਹਾ। ਉਹ ਕਹਿੰਦੇ ਸਾਨੂੰ ਕਿਸੇ ਕਾਨੂੰਨਾਂ ਦੀ ਲੋੜ ਹੀ ਹੈ ਨਹੀਂ, ਤਾਂ ਜਦੋਂ ਕਹਿੰਦੇ ਕਾਨੂੰਨਾਂ ਦੀ ਲੋੜ ਨਹੀਂ ਹੈਗੀ, ਕਿਹੜੇ ਉਹ ਨੇ? ਤੁਸੀਂ ਸਾਨੂੰ ਦੱਸੋ ਵੀ ਕਿਹੜੇ ਚਾਹੁੰਦੇ ਨੇ ਵੀ ਸਾਨੂੰ ਚਾਹੀਦੇ ਨੇ ਕਾਨੂੰਨ? 543 ਸੀਟਾਂ ਤੋਂ, ਲੋਕ ਸਭਾ ਦੀ ਸੀਟਾਂ ਤੋਂ ਚੁਣਾਵ ਹੋਏ ਜਦੋਂ ਦੇਸ਼ ਦੇ, ਸਾਰੇ ਦੇਸ਼ ਦੇ 130 ਕਰੋੜ ਲੋਕਾਂ ਨੇ ਚੁਣ ਕੇ ਕੇਂਦਰ ਦੇ ਵਿੱਚ ਸਰਕਾਰ ਸਥਾਪਿਤ ਕੀਤੀ। ਨਰਿੰਦਰ ਭਾਈ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਉਹਨਾਂ ਦੀ ਕੈਬਨਿਟ ਨੇ ਅਗਰ ਕੋਈ ਕਾਨੂੰਨ ਕਿਸਾਨ ਹਿਤੈਸ਼ੀ ਬਣਾਇਆ, ਕੋਈ ਸੋਚ ਸਮਝ ਕੇ ਬਣਾਇਆ। ਸਿਰਫ ਪੰਜਾਬ ਦੇ ਜ਼ਿਆਦਾਤਰ ਲੋਕ ਵਿਰੋਧ ਕਰ ਰਹੇ ਨੇ ਕਾਨੂੰਨ ਦਾ। ਸਿਰਫ ਪੰਜਾਬ ਦੇ ਜਿਹੜੇ ਕਿਸਾਨ ਨੇ, ਉਹ ਵੀ ਮੈਂ ਇੱਕ ਕਹਾਂਗਾ ਜਿਹੜਾ ਦੇਸ਼ ਭਗਤ ਕਿਸਾਨ ਹੈ ਉਹ ਇਸ ਕਾਨੂੰਨ ਦਾ ਵਿਰੋਧ ਨਹੀਂ ਕਰਦਾ। ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਕਾਮਰੇਡ ਲੋਕ ਨੇ। ਜਿਹੜੇ ਕਾਮਰੇਡ ਨੇ
ਉਹਨਾਂ ਨੇ ਜਦੋਂ ਵੀ ਝੰਡਾ ਜਿੱਥੇ ਲਾਇਆ ਉਹਦੀ ਫੈਕਟਰੀ ਬੰਦ ਹੀ ਕਰਾਈ ਹੈ। ਮੈਂ ਤੁਹਾਡੇ ਕੋਲ ਬਾਅਦ ਆਉਣਾ ਤੁਹਾਡੇ ਕੋਲੇ। ਥਾਪਰ ਜੀ ਤੁਸੀਂ ਦੱਸੋ, ਤੁਸੀਂ ਤੁਹਾਡੀ ਪਹਿਲਾਂ ਅਸੀਂ ਵੀਡੀਓ ਦੇਖੇ, ਇੰਟਰਵਿਊਜ਼ ਦੇਖੇ, ਤੁਸੀਂ ਕਹਿੰਦੇ ਹੋ ਵੀ ਜਿਹੜੇ ਕਿਸਾਨ ਨੇ ਉਹ ਅੰਨਦਾਤਾ ਨਹੀਂ ਹੈਗਾ ਵਾ। ਤੁਸੀਂ ਇਸ ਨੂੰ ਮਾੜੇ ਐਕਸਪਲੇਨ ਕਰ ਸਕਦੇ ਹੋ ਕਿਉਂ ਅੰਨਦਾਤਾ ਨਹੀਂ ਹੈਗਾ? ਕਿਉਂ ਅੰਨਦਾਤਾ ਪਹਿਲਾਂ ਤਾਂ ਜੈ ਸ਼੍ਰੀ ਰਾਮ। ਅੰਨਦਾਤਾ ਅਗਰ ਇਸ ਸ੍ਰਿਸ਼ਟੀ ਦੇ ਵਿੱਚ ਹੈ ਤਾਂ ਉਹ ਭਗਵਾਨ ਭੋਲੇਨਾਥ, ਮੇਰਾ ਵਾਹਿਗੁਰੂ ਜੀ, ਮੇਰਾ ਅਕਾਲ ਪੁਰਖ, ਜਿਹੜੇ ਉਹਨਾਂ ਬੀਜਾਂ ਦੇ ਵਿੱਚ, ਉਸ ਮਿੱਟੀ ਦੇ ਵਿੱਚ ਦਾਣੇ ਪੈਦਾ ਕਰਦੇ, ਉਹ ਅੰਨਦਾਤਾ ਨੇ। ਕਿਸਾਨ ਅੰਨਦਾਤਾ ਨਹੀਂ ਹੈ। ਕਿਸਾਨ ਇੱਕ ਅੰਨ ਉਤਪਾਦਕ ਹੈ। ਉਹ ਅੰਨ ਨੂੰ ਉਤਪਾਦਨ ਕਰਨ ਲਈ ਇੱਕ ਕੋਸ਼ਿਸ਼ ਕਰਦਾ, ਇੱਕ ਪ੍ਰਕਿਰਿਆ ਕਰਦਾ। ਅੰਨਦਾਤਾ ਸਾਡਾ ਭਗਵਾਨ ਭੋਲੇਨਾਥ, ਵਾਹਿਗੁਰੂ, ਅਕਾਲ ਪੁਰਖ, ਉਹ ਨੇ। ਜੇ ਕਿਸਾਨ ਅੰਨ ਉਗਾਊਗਾ ਹੀ ਨਹੀਂ, ਤੁਸੀਂ ਦੱਸੋ ਕੋਠਿਆਂ ਤੇ ਆਪਾਂ ਲਾਵਾਂਗੇ ਜਾਂ ਗਮਲਿਆਂ 'ਚ ਲਾਵਾਂਗੇ, ਕਿਵੇਂ ਹੋਊਗਾ? ਜਦੋਂ ਉਹ ਅੰਨ ਉਗਾਊਗਾ ਤਾਂ ਹੀ ਘਰਾਂ ਦੇ ਵਿੱਚ ਪਹੁੰਚੂਗਾ। ਜਿਹੜਾ ਕਿਸਾਨ ਹੁਣ ਬੈਠਾ ਨਾ, ਉਹ ਜੇ ਨਹੀਂ ਅੰਨ ਉਗਾਊਗਾ ਫਿਰ ਅਸੀਂ ਗਾ ਲਾਂਗੇ। ਸਾਨੂੰ ਕਿਹੜਾ ਕੰਮ ਨਹੀਂ। ਜੇ ਉਗਾਓਗੇ ਕਿੱਥੇ ਪਹਿਲਾਂ ਦੱਸੋ ਮੈਨੂੰ? ਤੁਸੀਂ ਬਿਜ਼ਨਸਮੈਨ ਹੋ, ਕਿੱਥੇ ਕਰੋਗੇ? ਕਿਉਂ ਮੈਂ ਆਪਣੀ ਫੈਕਟਰੀ ਲਈ 2 ਕਿੱਲੇ ਜਗ੍ਹਾ ਖਰੀਦ ਸਕਦਾ, 2 ਖੇਤ ਖਰੀਦ ਸਕਦਾ, ਮੈਂ ਉਪਜਾਊ ਭੂਮੀ ਵੀ ਖਰੀਦ ਸਕਦਾ, ਕਿਉਂ ਨਹੀਂ ਖਰੀਦ ਸਕਦਾ? ਮੇਰੀ ਗੱਲ ਸਮਝੋ ਨਾ। ਆਪਾਂ ਕਹਿੰਦੇ ਜੀ ਕਿਸਾਨ ਉਗਾਊਗਾ ਨਹੀਂ, ਮੈਂ ਕਹਿੰਦਾ ਜੀ ਮੈਂ ਬਣਾਊਂਗਾ ਨਹੀਂ। ਤੇ ਮੇਰੇ ਨਾਂ ਬਣਾਉਣ ਦੇ ਨਾਲ ਇੰਦਰਾ ਗਾਂਧੀ ਮਰ ਗਈ, ਹੋਰ ਏਡੇ ਵੱਡੇ ਪ੍ਰਧਾਨ ਮੰਤਰੀ ਬਣ ਗਏ। ਦੇਸ਼ ਤਾਂ ਚੱਲਦਾ ਹੀ ਪਿਆ ਨਾ। ਜਿਹੜਾ ਕਹਿੰਦੇ ਜੀ ਦੇਸ਼ ਨਹੀਂ ਚੱਲੂਗਾ, ਦੇਸ਼ ਤਾਂ ਚੱਲਦਾ ਰਹਿਣਾ, ਦੇਸ਼ ਥੋੜ੍ਹੀ ਰੁਕਣਾ। ਇਸ ਤਰ੍ਹਾਂ ਹੀ ਜੇ ਕਿਸਾਨ ਨਹੀਂ ਉਗਾਊਗਾ, ਮੈਂ ਉਗਾਊਂਗਾ। ਮੈਂ ਹੌਜਰੀ ਨਹੀਂ ਬਣਾਊਂਗਾ, ਕਿਸਾਨ ਬਣਾਊਗਾ। ਇਹ ਤਾਂ ਇੱਕ ਧੰਦਾ ਹੈ। ਉਹਨੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਖੇਤੀ ਦਾ ਧੰਦਾ ਅਪਣਾਇਆ। ਇਹ ਇੱਕ ਧੰਦਾ ਹੈ, ਇੱਕ ਬਿਜ਼ਨਸ ਹੈ। ਜਾਂ ਤਾਂ ਹੋਵੇ ਨਾ ਸਾਨੂੰ ਕਿਸਾਨ ਫਰੀ ਦਿੰਦਾ ਕੁਛ। ਕਿਸਾਨ ਕਹਿੰਦਾ ਜੀ ਮੈਂ ਅੰਨ ਉਗਾਇਆ, ਚੱਕੋ। ਕਿਸਾਨ ਕੋਲੋਂ ਤਾਂ ਪਾਤੀ ਲੈਣ ਚੱਲ ਜਾਓ, ਉਹਦੇ 10 ਰੁਪਏ ਮੰਗ ਲੈਂਦਾ। ਤੁਸੀਂ ਕਹਿੰਦੇ ਵੀ ਤੁਸੀਂ ਵੀਡੀਓ ਵਿੱਚ ਬੋਲੇ ਹੋਏ ਹੋ ਕਿ ਮੈਂ ਸਵੈਟਰ ਬਣਾਉਣਾ, ਤਾਂ ਇਹਦਾ ਮਤਲਬ ਇਹ ਹੋ ਗਿਆ ਮੈਂ ਤਾਂ ਸਵੈਟਰ ਵਾਲਾ ਬਾਬਾ ਹੋ ਗਿਆ। ਤੁਸੀਂ ਮੰਨਦੇ ਹੋ ਸਵੈਟਰ ਵਾਲੇ ਬਾਬਾ ਜੀ? ਮੈਂ ਬਿਲਕੁਲ ਨਹੀਂ ਮੰਨਦਾ। ਮੈਂ ਇੱਕ ਬਿਜ਼ਨਸਮੈਨ ਹੈ। ਜੇ ਉਹ ਕਹਿੰਦੇ ਆ ਮੈਂ ਅੰਨਦਾਤਾ, ਫਿਰ ਮੈਂ ਵੀ ਅੰਨਦਾਤਾ। ਉਹ ਮੰਨਦਾ ਵੀ ਅੰਨਦਾਤਾ ਹੈਗਾ, ਤੁਸੀਂ ਮੰਨਦੇ ਹੋ ਵੀ ਹੁਣ ਬਾਬਾ? ਮੈਂ ਨਹੀਂ ਮੰਨਦਾ। ਮੈਂ ਤਾਂ ਕਹਿੰਦਾ ਵੀ ਮੈਂ ਇੱਕ ਹੌਜ਼ਰੀ ਦਾ ਵਪਾਰੀ ਹਾਂ। ਮੈਂ ਇੱਕ ਪ੍ਰੋਡਕਟ ਬਣਾਉਣਾ, ਮੈਂ ਉਹਨੂੰ ਵੇਚਦਾ, ਦੇਸ਼ ਨੂੰ ਟੈਕਸ ਦੇ ਕੇ ਦੇਸ਼ ਦੀ ਸੇਵਾ ਕਰਦਾ। ਤੁਸੀਂ 1960 ਦਾ ਦੌਰ ਦੇਖਿਆ ਹੋਊਗਾ, ਤੁਸੀਂ ਉਸ ਤੋਂ ਪਹਿਲਾਂ ਦੇ ਜਨਮੇ ਹੋਏ ਹੋਵੋਗੇ, ਤਾਂ ਮੈਨੂੰ ਦੱਸ ਸਕਦੇ ਤੁਸੀਂ ਗ੍ਰੀਨ ਰੈਵੋਲੂਸ਼ਨ ਦੇ ਬਾਰੇ ਜਾਣਦੇ ਹੋ? ਤੁਸੀਂ? ਮੈਂ 1966 ਦਾ ਮੇਰਾ ਜਨਮ ਹੈ। ਮੈਂ ਪੜ੍ਹਿਆ ਤਾਂ ਹੋਊਗਾ ਉਸ ਦੇ ਬਾਰੇ ਤੁਸੀਂ? ਬਿਲਕੁਲ ਪੜ੍ਹਿਆ। ਇਹ ਵੀ ਤਾਂ ਇੱਕ ਗ੍ਰੀਨ ਰੈਵੋਲੂਸ਼ਨ ਹੀ ਹੈ ਨਾ, ਕਿ ਕਿਸਾਨ ਨੂੰ, ਇਹ ਆਪਾਂ ਦੇਖੋ ਤਾਂ ਸਹੀ, ਪਿਛਲੇ 70 ਸਾਲ ਤੋਂ ਆਪਾਂ ਇੱਕੋ ਹੀ ਢਈਏ ਤੇ ਚੱਲਦੇ ਆ ਰਹੇ ਹਾਂ। ਫਿਰ ਕਿਸਾਨ ਕਹਿੰਦਾ ਕਿਸਾਨ ਆਤਮ ਹੱਤਿਆ ਕਰ ਰਿਹਾ ਜੀ। ਆਪਾਂ ਬਦਲਾਅ ਤਾਂ ਕਰਕੇ ਦੇਖੀਏ, ਸ਼ਾਇਦ ਆਤਮ ਹੱਤਿਆ ਬੰਦ ਹੋਈ ਵੇ। ਆਪਾਂ ਕਹਿ ਹੀ ਰਹੇ ਨਾ 70 ਸਾਲ ਤੋਂ ਆਤਮ ਹੱਤਿਆ। ਤੁਸੀਂ ਮੇਰੀ ਗੱਲ ਸੁਣੋ, ਮੇਰੀ ਗੱਲ ਤਾਂ ਸੁਣੋ। 1966 ਦੇ ਵਿੱਚ ਤੁਹਾਡਾ ਜਨਮ ਹੋਇਆ, 1960 ਦੇ ਵਿੱਚ ਰੈਵੋਲੂਸ਼ਨ ਸ਼ੁਰੂ ਹੋਇਆ, ਗ੍ਰੀਨ ਰੈਵੋਲੂਸ਼ਨ। ਤੁਹਾਨੂੰ ਫਿਰ ਪਤਾ ਤਾਂ ਹੋਣਾ ਹੀ 1960 ਤੋਂ ਪਹਿਲਾਂ ਸਾਡੇ ਕੋਲੇ ਉਤਪਾਦਨ ਦੇ ਲਈ ਜਾਂ ਫਿਰ ਸਾਡੇ ਕੋਲ ਅਨਾਜ ਹੁੰਦਾ ਹੀ ਨਹੀਂ ਸੀ। ਇਹ ਮੰਨਦੇ ਹੋ ਗੱਲ ਨੂੰ ਤੁਸੀਂ? 1960 ਤੋਂ ਪਹਿਲਾਂ ਅਸੀਂ ਇੰਪੋਰਟ ਕਰਾਉਂਦੇ ਸੀਗੇ ਅਨਾਜ ਨੂੰ, ਤੇ ਉਸ ਤੋਂ ਬਾਅਦ ਜਦੋਂ 1960 ਚ ਗ੍ਰੀਨ ਰੈਵੋਲੂਸ਼ਨ ਆਇਆ ਤਾਂ ਉਸ ਤੋਂ ਬਾਅਦ ਸਾਡੇ ਕੋਲ ਇਕਵਿਪਮੈਂਟ ਆਏ, ਨਵੇਂ ਟਰੈਕਟਰ ਆਏ, ਸਾਡੇ ਕੋਲ HYV ਸੀਡਸ ਆਏ, ਫਿਰ ਅਸੀਂ ਬਾਅਦ 'ਚ ਉਤਪਾਦਨ ਸ਼ੁਰੂ ਕੀਤਾ ਤੇ ਫਿਰ ਜਾ ਕੇ ਭੁੱਖਮਰੀ ਜਿਹੜੀ ਦੂਰ ਹੋਈ। ਤੇ ਤੁਸੀਂ ਮੰਨਦੇ ਨਹੀਂ ਹੈਗੇ ਵੀ ਕਿਸਾਨ ਅੰਨਦਾਤਾ ਆ? 1960 ਦੇ ਵਿੱਚ ਜਿਹੜੇ ਗ੍ਰੀਨ ਰੈਵੋਲੂਸ਼ਨ ਆਇਆ, ਉਸ ਤੋਂ ਬਾਅਦ ਉਹਦਾ ਫਾਇਦਾ ਹੀ ਹੋਇਆ ਨਾ। ਉਹ ਵੀ ਕਿਸੇ ਸਰਕਾਰ ਨੇ ਲਿਆਂਦਾ ਨਾ, ਜਿਹੜੀ ਉਸਲੇ ਸਰਕਾਰ ਸੀਗੀ। ਉਗਾਇਆ ਕੀ ਨੇ ਆ? ਗੱਲ ਤਾਂ ਮੁੱਦਾ ਤੇ ਹੀ ਉਹਦਾ, ਉਗਾਇਆ ਕੀ ਨੇ ਆ? ਤਾਂ ਸਰਕਾਰ ਨੇ ਮੁਹੱਈਆ ਮਸ਼ੀਨਾਂ ਆ ਬਣਾ ਕੇ ਲਿਆਏ। ਮਸ਼ੀਨਾਂ ਸਰਕਾਰ ਨੇ ਮੁਹੱਈਆ ਕਰਾਇਆ, ਸਰਕਾਰ ਨੇ ਇਹਨਾਂ ਨੂੰ ਫੰਡਸ ਦਿੱਤੇ, ਸਰਕਾਰ ਨੇ ਇਹਨਾਂ ਨੂੰ ਇਨਫਰਾਸਟ੍ਰਕਚਰ ਦਿੱਤਾ, ਤਾਂ ਕਰਕੇ ਮਸ਼ੀਨਾਂ ਆਈਆਂ। ਇਦਾਂ ਕਿੱਦਾਂ ਆ ਗਈਆਂ ਮਸ਼ੀਨਾਂ? ਜਦੋਂ ਉਤਪਾਦਨ ਨਹੀਂ ਵੀ ਹੁੰਦਾ, ਉਸ ਤੋਂ ਪਹਿਲਾਂ ਵੀ ਉਤਪਾਦਨ ਨਹੀਂ ਕਰਦੇ ਸੀਗੇ, ਕਿਸਾਨ ਹੀ ਕਰਦੇ ਸੀ। ਉਹ ਬਿਜ਼ਨਸਮੈਨ ਜਾ ਕੇ ਕਿਵੇਂ ਉਤਪਾਦਨ ਕਰ ਦਿੰਦਾ? ਬਿਲਕੁਲ ਕਿਉਂ ਨਹੀਂ ਸੀ ਕਰਦਾ? ਕਿਸਾਨ ਉਸਲੇ ਅਸੀਂ ਵੀ ਕਿਸਾਨ ਸੀ, ਸਾਡੇ ਬਜ਼ੁਰਗ ਵੀ ਕਿਸਾਨ ਸੀਗੇ। ਅਸੀਂ ਉਹ ਕਿਦਾਂ? ਮੇਰੀ ਗੱਲ ਸੁਣੋ, ਇੰਨੇ ਇੱਥੇ ਕਿੱਲੇ ਵੇਚ ਕੇ ਫੋਰਨ ਨੂੰ ਜਾ ਰਹੇ ਨੇ, ਉਸਲੇ ਨਹੀਂ ਇਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਅੰਨਦਾਤਾ। ਮੈਂ ਉਸਲੇ ਅੰਨਦਾਤਾ, ਉਸਲੇ ਸੇਵਾ ਕਿੱਥੇ ਜਾਂਦੀ ਆ? ਉਸਲੇ ਤਾਂ ਆਪਾਂ ਮੋਟੇ ਟਾਇਰਾਂ ਵਾਲੀਆਂ ਗੱਡੀਆਂ। ਬਾਊ ਜੀ ਮੇਰੀ ਗੱਲ ਸੁਣੋ, ਮੋਟੇ ਟਾਇਰਾਂ ਵਾਲੀਆਂ ਗੱਡੀਆਂ ਬਿਜ਼ਨਸਮੈਨ ਦੇ ਨਿਆਣੇ ਨਹੀਂ ਚੱਕਦੇ। ਮੋਟੇ ਟਾਇਰਾਂ ਵਾਲੀਆਂ ਗੱਡੀਆਂ ਇਹਨਾਂ ਦੇ ਨਿਆਣੇ ਹੀ ਚੱਕਦੇ ਆ। ਉਹ ਮਿਹਨਤ ਕਰਦੇ ਪਏ ਨੇ ਤਾਂ ਹੀ ਚੱਕਦੇ ਨੇ। ਜੇ ਉਹ ਮਿਹਨਤ ਕਰਦੇ ਪਏ ਨੇ, ਮਿਹਨਤ ਦੇ ਕਰਕੇ ਹੀ ਗਏ ਨੇ, ਮਿਹਨਤ ਕਰਕੇ ਗਏ ਨੇ ਤਾਂ ਆ ਜਾਂਦੇ ਨੇ। ਮਿਹਨਤ ਕਰਕੇ ਪੈਸੇ ਕਮਾਉਂਦੇ ਆ ਨਾ, ਅਸੀਂ ਵੀ ਮਿਹਨਤ ਕਰਕੇ ਕਮਾਉਂਦੇ ਆ। ਅਸੀਂ ਆਪਣੀ ਮਿਹਨਤ ਦੀ ਕਮਾਈ ਇਹਨਾਂ ਨੂੰ ਕਿੱਦਾਂ ਫਾਲਤੂ ਦੇ ਦਈਏ? ਕਿਉਂ ਦਈਏ? ਅਸੀਂ ਇਹਨਾਂ ਨੂੰ ਛੂਟਾਂ ਦੇ ਵਿੱਚ ਸਾਡਾ ਟੈਕਸ ਕਿਉਂ ਜਾਵੇ? ਬਿਜਲੀ ਕਿਉਂ ਮੰਗਦੇ ਨੇ? ਫਿਰ ਵੀ ਮਿਹਨਤ ਕਰਦੇ ਨੇ, ਫ੍ਰੀ ਬਿਜਲੀ ਕਿਉਂ ਮੰਗਦੇ ਨੇ? ਗੱਲ ਸਿੱਧੀ ਇੱਕੋ ਗੱਲ ਹੈ। ਮੈਂ ਲੁਧਿਆਣੇ ਸ਼ਹਿਰ ਦਾ ਵਪਾਰੀ, ਸ਼ਹਿਰ 'ਚ ਰਹਿਣਾ ਵਾਂ, ਮੈਂ ਸ਼ਹਿਰ 'ਚ ਰਹਿਣਾ ਵਾਂ, ਮੈਂ 12 ਰੁਪਏ ਯੂਨਿਟ ਬਿਜਲੀ ਭਰਦਾ, ਤੇ ਕਿਸਾਨ ਨੂੰ ਫ੍ਰੀ ਬਿਜਲੀ ਕਿਉਂ ਦਿੱਤੀ ਜਾ ਰਹੀ ਹੈ? ਮੈਂ ਇਹਦਾ ਵਿਰੋਧ ਕਰਦਾ। ਅੱਛਾ, ਹੁਣ ਮੈਂ ਤੁਹਾਨੂੰ ਮੇਰੀ ਗੱਲ ਸੁਣੋ। ਹੁਣ ਜਦੋਂ ਪਾਣੀ ਲਾਉਣਾ ਆ, ਜਦੋਂ ਪਾਣੀ ਲਾਉਣ ਦੀ ਵਾਰੀ ਆਉਂਦੀ ਆ, ਤਾਂ ਉਸ ਵੇਲੇ ਸਾਰੀ ਰਾਤ ਮੋਟਰਾਂ ਚੱਲਦੀਆਂ ਨੇ। ਤੁਸੀਂ ਦੱਸੋ ਬਿੱਲ ਭਰ ਦੋਗੇ ਉਹਨਾਂ? ਤੁਸੀਂ ਇਹ ਨਹੀਂ ਗੱਲ ਹੈਗੀ। ਸ਼ਹਿਰ ਦੇ ਵਿੱਚ 50 ਗਜ 'ਚ ਰਹਿਣ ਵਾਲਾ ਬੰਦਾ ਜਿਹੜਾ 10,000 ਰੁਪਏ ਨੌਕਰੀ ਕਰਦਾ, ਉਹ ਅਮੀਰ। ਜਿਹੜਾ ਪਿੰਡ 'ਚ ਰਹਿੰਦਾ 4 ਕਿੱਲੇ ਦਾ ਮਾਲਕ ਹੈ, ਜਿਹਨੇ 1 ਕਿੱਲਾ 25-25 ਲੱਖ ਰੁਪਏ ਦਾ, ਉਹ ਗਰੀਬ। ਭਾਜੀ ਹਰੇਕ ਦੇ 25 ਲੱਖ ਦਾ ਕਿੱਲਾ ਨਹੀਂ ਹੁੰਦਾ ਹੈਗਾ। ਤੁਸੀਂ 62 ਲੱਖ ਰੁਪਏ 25 ਲੱਖ ਦਾ ਕਿੱਲਾ ਮੰਗ ਕੇ ਦਿਖਾਓ, ਤੁਹਾਨੂੰ ਮੈਂ ਮੰਨ ਜੂ। 25 ਲੱਖ ਦਾ ਕਿੱਲਾ ਹੋਊ ਤੇ ਬੇਟ ਦੇ ਵਿੱਚ ਦੱਸੋ। ਪੰਜਾਬ ਦੇ ਵਿੱਚ ਕਿਤੇ ਨਾ ਜਿੱਥੇ ਮਰਜ਼ੀ, ਜਿਹੜੇ ਮਰਜ਼ੀ ਕੋਨੇ ਚੱਲੋ, 10 ਲੱਖ ਰੁਪਏ ਤੋਂ ਘੱਟ ਕਿੱਲਾ ਨਹੀਂ ਹੋਣਾ।
ਪਰ ਇੱਥੇ ਤਾਂ ਲੋਕੀ ਜਿਹੜੇ 50-50 ਗੱਜ 'ਚ ਰਹਿੰਦੇ ਨੇ 10-10 ਹਜ਼ਾਰ ਰੁਪਏ ਤਨਖਾਹ ਲੈਂਦੇ ਨੇ, ਉਹਦੇ ਮਕਾਨ ਦੀ ਵੈਲਿਊ 5 ਲੱਖ ਨਹੀਂ ਹੋਣੀ। ਤੁਸੀਂ ਫਿਰ ਐਂ ਕਰੋ, ਮੇਰੀ ਗੱਲ ਸੁਣੋ, ਤੁਸੀਂ ਬਲੀਪੁਰ ਪਿੰਡ ਦਾ ਸੁਣਿਆ ਹੋਊਗਾ, ਤੁਸੀਂ ਜਾ ਕੇ ਬੇਟ ਵਾਲੇ ਇਲਾਕੇ ਵਿੱਚ ਗੇੜਾ ਮਾਰ ਕੇ ਆਓ ਤੇ ਉੱਥੇ ਜਾ ਕੇ ਪਤਾ ਕਰੋ ਵੀ ਬੇਟ ਵਾਲੇ ਇਲਾਕੇ ਵਿੱਚ ਕਿੰਨੇ ਰੁਪਏ ਨੂੰ 1 ਕਿੱਲਾ ਕਦੋਂ ਆ। ਤੁਸੀਂ ਬੇਟ ਇਲਾਕੇ ਗੇੜਾ ਦਾ ਮਾਰ ਕੇ ਦੇਖੋ। ਫਿਰ ਇੱਕ ਗੱਲ ਕਰੋ ਜੀ, ਮੈਂ ਇੱਕ ਗੱਲ ਸਾਫ਼ ਗੱਲ ਕਰਦਾ, ਕਿਸਾਨ ਕਰਜ਼ਾ ਲੈ ਕੇ ਆਤਮ ਹੱਤਿਆ ਕਰ ਲੈਂਦੇ ਨੇ, ਠੀਕ ਹੈ। ਕਰਜ਼ਾ ਲੈ ਕਿਉਂ ਰਿਹਾ? ਤੁਸੀਂ ਇਹ ਦੇਖਿਆ ਕਦੇ ਕਰਜ਼ਾ ਕਿਉਂ ਲਿਆ? ਕਰਜ਼ਾ ਸ਼ਹਿਰ ਦਾ ਵਪਾਰੀ ਵੀ ਲੈਂਦਾ ਵਾ। ਹੁਣ ਪਿੱਛੇ ਜੇ ਸਬਜ਼ੀ ਮੰਡੀ ਕਿਸੇ ਵਪਾਰੀ ਨੇ ਆਤਮ ਹੱਤਿਆ ਕਰ ਲਈ, ਉਹ ਕਿਉਂ ਕੀਤੀ? ਰੇਟ ਨਹੀਂ ਮਿਲਦਾ ਤਾਂ ਕੀਤੀ ਅਗਲੇ ਨੇ। ਉਹ ਵਪਾਰੀ ਉਹ ਕਰਜ਼ੇ ਦੇ ਹੇਠ ਕੇ ਮਰਿਆ, ਉਹਨੇ ਲੋਕਾਂ ਦੇ ਪੈਸੇ ਦੇਣੇ ਸੀ, ਬੈਂਕਾਂ ਦੇ ਪੈਸੇ ਦੇਣੇ ਸੀ, ਕਰਜ਼ੇ ਤੋਂ ਦੁਖੀ ਹੋ ਗਿਆ, ਆਤਮ ਹੱਤਿਆ ਕਰ ਲਈ। ਤੁਸੀਂ ਚੈਨਲ ਨੇ ਚੱਕ ਕੇ, ਲੁਧਿਆਣਾ ਟਾਈਮਸ ਨੇ ਜਾ ਕੇ ਜਾਂ ਕਿਸੇ ਹੋਰ ਚੈਨਲ ਨੇ ਜਾ ਕੇ ਉਹ ਮੁੱਦਾ ਚੱਕਿਆ ਵੀ ਸ਼ਹਿਰ ਦਾ ਵਪਾਰੀ ਆਤਮ ਹੱਤਿਆ ਕਰਿਆ। ਅਸੀਂ ਹਰੇਕ ਦੀ ਗੱਲ ਚੱਕਦੇ ਆ, ਜੇ ਅਸੀਂ ਗੱਲ ਨਾ ਚੱਕ ਦਿੰਦੇ ਤਾਂ ਤੁਹਾਡੇ ਕੋਲ ਨਾ ਆਉਂਦੇ। ਅਸੀਂ ਇਕੱਲੇ ਕਿਸਾਨ ਦੀ ਗੱਲ ਕਿਉਂ ਕੀਤੀ ਜਾਂਦੀ ਆ? ਮੇਰਾ ਇੱਕੋ ਇੱਕ ਸਵਾਲ ਹੈ, ਕਿਸਾਨ ਕੋਈ ਕਰਜ਼ਾ ਲੈਂਦਾ ਆਪਣੀ ਫੈਸਿਲਿਟੀ ਨਹੀਂ ਲੈਂਦਾ, ਕਿਸਾਨ ਕੋਈ ਕਰਜ਼ਾ ਲੈਂਦਾ ਆਪਣੇ ਵਪਾਰ ਨਹੀਂ ਲੈਂਦਾ, ਵਪਾਰੀ ਵੀ ਕੋਈ ਕਰਜ਼ਾ ਲੈਂਦਾ ਤਾਂ ਆਪਣੇ ਘਰ ਦੀ ਫੈਸਿਲਿਟੀ ਨਹੀਂ ਲੈਂਦਾ, ਆਪਣੇ ਵਪਾਰ ਦੀ ਫੈਸਿਲਿਟੀ ਨਹੀਂ ਲੈਂਦਾ ਵਾ। ਜਾਂ ਕਰਜ਼ੇ ਉਹਨਾਂ ਦੇ ਮਾਫ ਹੁੰਦੇ ਕਿਸਾਨਾਂ ਦੇ, ਤਾਂ ਵਪਾਰੀਆਂ ਦੇ ਕਰਜ਼ੇ ਕਿਉਂ ਨਾ ਮਾਫ ਹੋਣ? ਵਪਾਰੀ ਤੁਸੀਂ ਸਬਸਿਡੀ ਦੀ ਵੀ ਗੱਲ ਕਰਦੇ ਹੋ, ਮੇਰੀ ਗੱਲ ਸੁਣੋ, ਸਬਸਿਡੀ ਦਾ ਸਿਲੰਡਰ ਤੇ ਵੀ ਲੈਂਦੇ ਹੋਗੇ, ਸਬਸਿਡੀ ਛੱਡ ਦਿਓ ਫਿਰ ਉਹਦੀ। ਛੱਡੀ ਹੋਈ ਹੈ, ਮੈਂ ਛੱਡੀ ਹੋਈ ਹੈ, ਮੇਰੀ ਗੱਲ ਸੁਣੋ। ਕਿਹਦੇ ਕੋਲ ਜਾਂਦੀ ਹੈ ਫਿਰ ਉਹ? ਬਿਲਕੁਲ ਕਿਹਨਾਂ ਕੋਲ ਜਾਂਦੀ? ਜਿਹੜੇ ਫਰੀ ਲੈਂਦੇ ਨੇ ਉਹਨਾਂ ਨੂੰ ਜਾਂਦੀ ਹੈ। ਗੱਲ ਇੱਕੋ ਗੱਲ ਹੈ, ਜਿਹੜਾ ਦੇਖੋ ਗੱਲ ਕਰਦੇ ਨੇ ਪੰਜਾਬ ਦੇ ਸੈਂਕੜਾ ਬੰਦੇ, ਨੌਜਵਾਨ ਮੁੰਡੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵੱਲ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਉੱਥੇ ਜਾ ਕੇ ਗੱਲ ਕੀ ਕੀਤੀ ਜਾਂਦੀ ਹੈ ਵੀ ਸਾਡਾ ਦੇਸ਼ ਚਾਈਨਾ ਦਾ ਮੁਕਾਬਲਾ ਨਹੀਂ ਕਰ ਸਕਦਾ, ਸਾਡਾ ਦੇਸ਼ ਸਿੰਗਾਪੁਰ ਦਾ ਮੁਕਾਬਲਾ, ਸਾਡਾ ਦੇਸ਼ ਕੈਨੇਡਾ ਦਾ ਮੁਕਾਬਲਾ ਹੀ ਨਹੀਂ ਕਰ ਸਕਦਾ। ਕਿੱਦਾਂ ਕਰੂਗਾ ਸਾਡਾ ਦੇਸ਼? ਸਾਡੀ ਦੇਸ਼ ਦਾ ਜਿਹੜੀ ਅਰਥ ਵਿਵਸਥਾ ਦਾ ਜ਼ਿਆਦਾ ਪੈਸਾ ਫੈਸਿਲਿਟੀਆਂ ਦੇ ਨਾਮ ਤੇ, ਸਬਸਿਡੀਆਂ ਦੇ ਨਾਮ ਤੇ ਲੋਕਾਂ ਨੂੰ ਜਾਂਦਾ। ਉੱਤੋਂ ਫਿਰ ਗੱਲ ਕਰਦੇ ਆ ਵੀ ਸਾਡਾ ਦੇਸ਼ ਤਰੱਕੀ ਕਿੱਦਾਂ ਕਰੂਗਾ? ਤਰੱਕੀ ਕਿੱਦਾਂ ਕਰੂਗਾ? ਸਾਡੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਦਾ ਜ਼ਿਆਦਾ ਪੈਸਾ ਸਬਸਿਡੀਆਂ ਦੇ ਦਿੱਤਾ ਖਰਚਿਆ ਜਾਂਦਾ ਵਾ। ਹੁਣ ਤੁਸੀਂ ਦੱਸ ਦਿਓ ਕਿ ਸਟਰਕਚਰ ਦੱਸ ਦਿਓ ਜਿਹਨਾਂ ਤਰੱਕੀ ਹੋ ਸਕਦੀ ਆ। ਤੁਸੀਂ ਵਿਦਵਾਨ ਹੋ, ਤੁਸੀਂ ਦੱਸ ਦਿਓ, ਇਕਨੋਮਿਸਟ ਤੁਸੀਂ ਹੋਵੋਗੇ, ਤੁਸੀਂ ਦੱਸ ਤਾਂ ਸਕਦੇ ਹੋ ਕਿੱਦਾਂ ਤਰੱਕੀ ਹੋ ਸਕਦੀ ਆ। ਜੇ ਤੁਸੀਂ ਇੱਥੇ ਹੀ ਕਰਦੇ ਹੋ, ਤੁਸੀਂ ਕਿਤੇ ਹੋਰ ਇਕਨੋਮਿਸਟ ਬਣ ਜਾਂਦੇ, ਤੁਸੀਂ ਸਰਕਾਰ ਨੂੰ ਜਾ ਕੇ ਦੱਸਦੇ ਵੀ ਐਦਾਂ ਕਰੋ ਜੀ। ਪਹਿਲਾਂ ਮੇਰੀ ਇੱਕ ਗੱਲ ਸੁਣੋ, ਕਿਸਾਨ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ, ਮੈਨੂੰ 12 ਰੁਪਏ ਬਿਜਲੀ ਦਿੱਤੀ ਜਾ ਰਹੀ ਹੈ। ਜਿਹੜੀ ਉਹਨੂੰ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ, ਉਹ ਪੈਸਾ ਕਿਤੇ ਨਾ ਕਿਤੇ ਬਿਜਲੀ ਵਿਭਾਗ ਨੂੰ ਜਾਂਦਾ ਨਾ। ਉਹ ਕਿੱਥੋਂ ਪੈਸਾ ਜਾਂਦਾ? ਮੇਰੇ ਟੈਕਸ ਰੂਪੀ ਪੈਸੇ ਤੋਂ ਜਾਂਦਾ। ਜਿਹੜਾ ਕਿਸਾਨ ਨੂੰ ਲੋਨ ਮਾਫ ਕੀਤਾ ਜਾਂਦਾ, ਉਹ ਪੈਸਾ ਕਿੱਥੋਂ ਜਾਂਦਾ? ਜਿਹੜਾ ਲੋਨ ਮਾਫ ਕੀਤਾ ਜਾਂਦਾ ਉਹਦਾ ਕਿਤੇ ਨਾ ਕਿਤੇ ਪੈਸਾ ਬੋਝ ਕਿਹਦੇ ਉੱਤੇ ਪੈਂਦਾ? ਸ਼ਹਿਰੀ ਵਰਗ ਦੇ ਉੱਤੇ ਪੈਂਦਾ, ਵਪਾਰੀ ਵਰਗ ਦੇ ਉੱਤੇ ਪੈਂਦਾ, ਮੇਰੇ ਉੱਤੇ ਪੈਂਦਾ, ਮੇਰੇ ਸਾਥੀਆਂ ਉੱਤੇ ਪੈਂਦਾ। ਉਹ ਭੁਗਤਾਨ ਕੌਣ ਕਰੇਗਾ? ਤੁਸੀਂ ਉਹ ਦੇਖ ਲਿਆ। ਹੁਣ ਮੇਰੀ ਗੱਲ ਦਾ ਜਵਾਬ ਦਿਵੋ। ਪ੍ਰਧਾਨ ਮੰਤਰੀ ਗੇੜਾ ਕੱਢ ਕੇ ਆਉਂਦੇ ਨੇ, ਫੋਰਨ ਜਾ ਕੇ ਆਉਂਦੇ ਨੇ, ਜਾਂ ਪ੍ਰਧਾਨ ਮੰਤਰੀ ਕਿਤੇ ਵੀ ਆਉਂਦੇ ਨੇ ਕਿਸੇ ਸੂਬੇ ਦੇ ਵਿੱਚ, ਤਾਂ ਉਹਨਾਂ ਟੈਕਸ ਕਿੱਥੋਂ ਆਉਂਦਾ? ਉਹ ਵੀ ਸਾਡੇ ਹੀ ਟੈਕਸ ਜਾਂਦਾ, ਤੁਹਾਡਾ ਟੈਕਸ ਜਾਂਦਾ, ਇਹਨਾਂ ਦਾ ਟੈਕਸ ਜਾਂਦਾ। ਉਦੋਂ ਗੱਲ ਕਿਉਂ ਨਹੀਂ ਚੱਕਦੇ ਤੁਸੀਂ? ਦੇਖੋ ਜੀ, ਅਗਰ ਪ੍ਰਧਾਨ ਮੰਤਰੀ ਸਾਡੇ ਵਿਦੇਸ਼ਾਂ 'ਚ ਦੌਰੇ ਕਰਦੇ ਨੇ, ਦੇਸ਼ ਦੀਆਂ ਤਰੱਕੀ ਦੇ ਲਈ ਸੌਦੇ ਕਰਨ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ, ਤਾਂ ਦੇਸ਼ ਦੀ ਭਲਾਈ ਲਈ ਜਾਂਦੇ ਨੇ। ਜੀਡੀਪੀ ਨਹੀਂ ਥੱਲੇ ਕਿਵੇਂ ਆ ਗਈ? ਫਿਰ ਜੀਡੀਪੀ ਨਹੀਂ ਥੱਲੇ ਕਿਵੇਂ ਆ ਗਈ? ਸਾਡੀ ਮਾਈਨਸ ਦੇ ਵਿੱਚ ਜੀਡੀਪੀ ਤੁਰੀ ਫਿਰਦੀ ਆ। ਜੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਨਾਲ ਹੀ ਸਾਰਾ ਕੁਝ ਹੋ ਸਕਦਾ ਜੀ, ਤੁਸੀਂ ਦੱਸੋ ਥੱਲੇ ਕਿਵੇਂ ਆ ਗਏ ਆਪਾਂ? 70 ਸਾਲ ਹੋ ਗਏ, ਦੇਸ਼ ਆਜ਼ਾਦ ਹੋ ਗਏ। ਉਹ ਗੱਲਾਂ ਤੇ ਵੀ ਕੀਤੀ ਜਾਂਦੀਆਂ ਵੀ ਜਿਹੜੇ ਕੁਝ ਬਿਜ਼ਨਸਮੈਨ ਕਰਜ਼ ਲੈ ਕੇ ਭੱਜ ਗਏ ਨੇ ਬਾਹਰ ਫੋਰਨ 'ਚ, ਉਹਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ? ਫਿਰ ਉਹ ਕਰਜ਼ ਦਿੱਤੇ ਕਿਨੇ? ਉਹ ਕਰਜ਼ ਦਿੱਤੇ ਕਿਨੇ? ਉਸ ਸਰਕਾਰਾਂ ਵੱਲੋਂ ਮੁੱਦੇ ਕਿਉਂ ਨਹੀਂ ਚੱਕੇ ਗਏ? ਹੱਲ ਇੱਕ ਨੀਰਵ ਮੋਦੀ ਦੇ ਬਾਕੀ ਉਹਨਾਂ ਦੀ ਗੱਲ ਕਰ, ਜਿਹੜਾ ਗੁਜਰਾਤ ਦੇ ਜੋ ਬਿਜ਼ਨਸਮੈਨ ਸੀ ਉਹ ਬਾਹਰ ਗਏ, ਉਹਨਾਂ ਦੀ ਗੱਲ ਚੱਕੀ ਜਾ ਰਹੀ ਹੈ। ਤੁਸੀਂ ਜਿਹੜਾ ਭਾਰਤ ਦੇਸ਼ ਹੈ ਤਰੱਕੀ ਦੀ ਰਾਹ ਉੱਤੇ ਚੱਲਿਆ। 2022 ਦੇ ਵਿੱਚ ਸਾਡਾ ਹਿੰਦੁਸਤਾਨ, ਭਾਰਤ ਸਾਡਾ ਨੰਬਰ 1 ਸ਼ਕਤੀ ਬਣਨ ਜਾ ਰਿਹਾ, ਆਰਥਿਕ ਸ਼ਕਤੀ ਬਣਨ ਜਾ ਰਿਹਾ। ਪਰ ਜਿਹੜੇ ਆਰਥਿਕ ਸ਼ਕਤੀ ਨੂੰ ਕੀ ਕਰੋਗੇ? ਸਾਰੇ ਸੈਕਟਰ ਥੱਲੇ ਆ ਗਏ ਨੇ। ਤੁਸੀਂ ਜੀਡੀਪੀ ਸੁਣੀ ਆ ਕਦੇ? ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ ਸੁਣਿਆ ਹੋਣਾ ਤੁਸੀਂ। ਮਾਈਨਸ ਦੇ ਵਿੱਚ ਸਾਰਾ ਕੁਝ ਚੱਲਦਾ। ਐਗਰੀਕਲਚਰ ਪੋਜ਼ਿਟਿਵ ਸੀਗਾ, ਸਿਰਫ ਐਗਰੀਕਲਚਰ ਪੋਜ਼ਿਟਿਵ ਸੀ, ਉਹ ਵੀ ਹੁਣ ਮਾਈਨਸ ਦੇ ਕਗਾਰ ਤੇ ਪਹੁੰਚ ਗਿਆ। ਹੁਣ ਦੱਸੋ ਕਿੱਥੇ ਸਟਰਕਚਰ ਜਿਹੜੇ ਸਾਡੇ ਡਿਵੈਲਪਮੈਂਟ ਹੋ ਗਈ ਸਾਡੀ? ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਵੀ ਦੇਸ਼ ਹੋਵੇ, ਖਦਾਨ ਪੜਾਣ ਦੀ ਗੱਲ ਕਰਦੇ ਆ। ਖਦਾਨ ਪੜਾਣ ਸਾਡੇ ਦੇਸ਼ ਨੂੰ 3 ਸਾਲ ਲਈ ਚਾਹੀਦਾ। ਸਾਡੇ ਦੇਸ਼ ਨੂੰ ਅਗਰ ਕਣਕ ਚਾਹੀਦੀ ਹੈ ਵੀ ਮੇਰੇ ਦੇਸ਼ 'ਚ ਸੁੱਖ ਆਣਾ ਪੈ ਜਾਏ, ਕਦੀ ਉਹ ਬਾਰਿਸ਼ ਨਾ ਆਵੇ, ਕੁਛ ਹੋਰ ਹੋ ਜਾਏ, ਮਤਲਬ ਬਾੜ ਆ ਜਾਏ, ਕੁਛ ਆ ਜਾਏ, 3 ਸਾਲ ਦਾ ਸਾਨੂੰ ਖਦਾਨ ਪੜਾਣ ਚਾਹੀਦਾ। ਪਰ ਸਾਡੇ ਦੇਸ਼ ਕੋਲ ਕਿੰਨਾ ਪਿਆ? 8.5 ਸਾਲ ਦਾ ਸਾਡੇ ਕੋਲ ਖਦਾਨ ਪੜਾਣ ਪਿਆ। ਅਸੀਂ 18 ਰੁਪਏ ਕਣਕ ਖਰੀਦਦੇ ਹਾਂ ਤੇ ਉੱਤੇ ਉਹਨੂੰ ਰੱਖ ਰਖਾਵ ਰਹਿਣ ਸਹਿਣ ਦਾ ਖਰਚਾ 50 ਰੁਪਏ ਆ ਰਿਹਾ। ਤੁਹਾਡੇ ਕੋਲ ਡੰਡੇ ਜੀ ਬਾਅਦ 'ਚ ਆਉਣਾ ਮੈਂ। ਥਾਪਰੀ ਤੁਸੀਂ ਦੱਸੋ, ਇਹ ਕਹਿੰਦੇ ਵੀ ਡਿਵੈਲਪਮੈਂਟ ਬਹੁਤ ਹੋ ਗਈ, ਸਾਡਾ ਦੇਸ਼ ਬਹੁਤ ਅੱਗੇ ਚਲੇ ਗਿਆ। ਜਿਹੜੇ ਦੇਸ਼ ਨੂੰ ਅਸੀਂ ਕੁਝ ਮੰਨਦੇ ਨਹੀਂ ਹੁੰਦੇ ਸੀ, ਪਾਕਿਸਤਾਨ, ਬੰਗਲਾਦੇਸ਼, ਅਸੀਂ ਉਹਨਾਂ ਤੋਂ ਵੀ ਪਿੱਛੇ ਚਲੇ ਗਏ। ਦੱਸੋ ਡਿਵੈਲਪਮੈਂਟ ਕਿੱਥੋਂ ਹੋਊਗੀ? ਕਿੱਦਾਂ ਚਲੇ ਗਏ ਜੀ? ਬਿਲਕੁਲ ਨਹੀਂ ਚਲੇ ਗਏ। ਸਾਡੀ ਡਿਵੈਲਪਮੈਂਟ ਬਹੁਤ ਹੋਈ ਹੈ, ਕਿਉਂ ਨਹੀਂ ਹੋਈ? ਆ ਪਿਛਲੇ 6 ਸਾਲ ਤੋਂ ਤੁਸੀਂ ਦੱਸੋ ਕਿਹੜੀ ਖਬਰ ਆਈ ਹੈ ਵੀ ਅਸੀਂ ਵਰਲਡ ਬੈਂਕ ਦੇ ਕੋਲੋਂ
ਕਰਜ਼ਾ ਲੈ ਕੇ ਕੋਈ ਕੰਮ ਕੀਤਾ। ਅੱਗੇ ਹਰ ਵਾਰ ਬਜਟ ਦੇ ਕੋਲ ਆ ਕੇ ਸਾਨੂੰ ਥਾਪਰ ਜੀ ਤੁਸੀਂ ਸੁਣਿਆ ਨਹੀਂ, ਵਰਲਡ ਬੈਂਕ ਦੇ ਕੋਲ ਕਰਜ਼ਾ ਲਿਆ ਹੋਇਆ ਸੀ, ਵਰਲਡ ਬੈਂਕ ਦੇ ਕੋਲ ਵੀ ਲਿਆ, ਆਰਬੀਆਈ ਦੇ ਕੋਲ ਵੀ 1,75,000 ਕਰੋੜ ਰੁਪਈਆ ਲਿਆ ਹੋਇਆ ਵਾ। ਦੱਸੋ ਕਿੱਥੇ ਗਏ? ਆਪਣਾ ਆਰਬੀਆਈ ਸਾਡਾ ਆਪਣਾ ਬੈਂਕ ਹੈ, ਰਿਜ਼ਰਵ ਬੈਂਕ ਆਫ ਇੰਡੀਆ ਸਾਡਾ ਇੰਡੀਆ ਦਾ ਬੈਂਕ ਹੈ। ਪਰ ਜਿਹੜਾ ਅਸੀਂ ਅੱਗੇ ਕੀ ਕਰਦੇ ਸੀ, ਕੋਈ ਕੰਮ ਕਰਨਾ ਅਸੀਂ ਭੀਖ ਮੰਗਣ ਜਾਂਦੇ ਸੀ ਵਰਲਡ ਬੈਂਕ ਕੋਲੋਂ। ਕਿਹੜੀ ਭੀਖ ਮੰਗੀ ਅਸੀਂ ਪਿਛਲੇ 6 ਸਾਲਾਂ 'ਚੋਂ? ਮੇਰੀ ਗੱਲ ਨੂੰ ਫਿਰ ਡਾਟਾ ਤੁਹਾਨੂੰ ਪੱਕਾ ਕਲੀਅਰ ਹੈ? ਡਾਟਾ ਤੁਹਾਨੂੰ ਇਹ ਵੀ ਹਾਂ ਨਹੀਂ ਲਈ? ਬਿਲਕੁਲ ਨਹੀਂ ਮੰਗੀ ਗਈ, ਬਿਲਕੁਲ ਕੋਈ ਵਰਲਡ ਬੈਂਕ ਕੋਲੋਂ ਅਸੀਂ ਕੋਈ ਕਰਜ਼ਾ ਨਹੀਂ ਮੰਗਿਆ, ਕੋਈ ਕਰਜ਼ਾ ਨਹੀਂ ਸਾਡਾ ਅਸੀਂ ਵਰਲਡ ਬੈਂਕ ਕੋਲ ਲਿੱਤਾ। ਦੇਸ਼ ਤਰੱਕੀ ਕਰ ਰਿਹਾ, ਬਿਲਕੁਲ ਗੱਲ, ਦੇਸ਼ ਦੇ ਵਿੱਚ ਉਹ ਕੰਮ ਹੋਏ ਆ ਜਿਹੜੇ ਪਿਛਲੇ 70 ਸਾਲਾਂ ਤੋਂ ਨਹੀਂ ਹੋਏ। ਧਾਰਾ 370 ਹਟੀ। ਮੇਰਾ ਬੱਚਾ ਕੱਲ ਨੂੰ ਆਪਣੀ ਡਿਵੈਲਪਮੈਂਟ ਕਰਨਾ ਚਾਹਵੇ, ਉਹਦਾ ਦਿਲ ਕਰੇ ਕਿ ਮੈਂ ਜੰਮੂ ਕਸ਼ਮੀਰ ਦੇ ਵਿੱਚ ਵਪਾਰ ਕਰਨਾ, ਉਹ ਅੱਜ ਉਸ ਕਾਬਲ ਹੋ ਗਿਆ ਕਿ ਉੱਥੇ ਜਾ ਕੇ ਵਪਾਰ ਕਰ ਸਕਦਾ। ਅੱਜ ਉਹ ਕਾਬਲ ਹੋ ਗਿਆ ਕਿ ਉੱਥੇ ਜਾ ਕੇ ਆਪਣੀ ਜਾਇਦਾਦ ਲੈ ਸਕਦਾ। ਅੱਜ ਉਹ ਕਾਬਲ ਹੋ ਗਿਆ ਕਿ ਉੱਥੇ ਆਤੰਕਵਾਦ ਤੋਂ ਮੁਕਤ ਉਹ ਘੁੰਮ ਫਿਰ ਸਕਦਾ। ਜੇ ਆਤੰਕਵਾਦ ਤੋਂ ਮੁਕਤ ਹੋ ਗਿਆ, ਜੰਮੂ ਦੇ ਵਿੱਚ ਹਾਲੇ ਤੱਕ ਨੈਟ ਕਿਉਂ ਨਹੀਂ ਚਾਲੂ ਹੋਇਆ? ਦੱਸੋ ਪਹਿਲਾਂ ਮੈਨੂੰ। ਉਹ ਸਰਕਾਰ ਦੀ ਇੱਕ ਪਾਲਿਸੀ ਹੈ, ਸਰਕਾਰ ਨੇ ਆਪਣੇ ਹਿਸਾਬ ਦੇ ਨਾਲ ਚਲਾਣਾ। ਐਡਾ ਵੱਡਾ ਮੇਰੀ ਗੱਲ ਸੁਣੋ, ਇੱਕ 12 ਬੰਦਿਆਂ ਦਾ ਪਰਿਵਾਰ ਹੁੰਦਾ, ਇੱਕ ਪਿਓ ਹੁੰਦਾ, 12 ਬੰਦਿਆਂ ਦਾ ਪਰਿਵਾਰ ਹੁੰਦਾ। ਉਹਦੇ ਵਿੱਚ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਮੈਨੇਜ ਕਰਨਾ ਪੈਂਦਾ, ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਮੈਨੇਜ ਕਰਨਾ ਪੈਂਦਾ। ਹਰ ਬੱਚੇ ਦਾ ਆਪਣਾ ਮੂਡ ਹੁੰਦਾ, ਠੀਕ ਹੈ ਨਾ ਜੀ? ਇਹ ਤਾਂ ਐਡਾ ਵੱਡਾ ਦੇਸ਼ ਹੈ। ਹੁਣ 2 ਬੱਚੇ ਕਹਿਣ ਕਿ ਨਹੀਂ ਜੀ ਅੱਜ ਤਾਂ ਸਾਡੇ ਕਰਕੇ ਜੀ ਸਾਰਾ ਮਹੀਨਾ ਭਰ ਮੂੰਗੀ ਦੀ ਦਾਲ ਹੀ ਬਣੂਗੀ, ਬਾਕੀ 10 ਦਾ ਵੀ ਦੇ ਲੈਣਾ। ਅਸੀਂ ਇਕੱਲੇ ਇਹਨਾਂ ਨੇ ਕਿਸਾਨਾਂ ਦੀ, ਤੁਸੀਂ ਕਿਸਾਨਾਂ ਦੇ ਮੁੱਦੇ ਦੀ ਗੱਲ ਕੀਤੀ, ਇਕੱਲੇ ਪੰਜਾਬ ਦੇ ਕਿਸਾਨ ਨੂੰ ਹੀ ਤਕਲੀਫ ਹੈ। ਕਿਹਨੇ ਕਹਿੰਦਾ ਤੁਹਾਨੂੰ ਪੰਜਾਬ ਦੇ ਕਿਸਾਨ ਬੈਠੇ ਉੱਤੇ? ਪਹਿਲਾਂ ਮੈਂ ਦੱਸੋ ਕਿਹੜੇ ਕਿਸਾਨ ਉਹ ਕਹਿੰਦੇ ਨੇ ਵੀ ਪੰਜਾਬ ਵਾਲੀ ਬੈਠੇ ਨੇ? ਕੌਣ ਕਹਿੰਦਾ ਇਹ ਗੱਲ? ਸੋਸ਼ਲ ਮੀਡੀਆ ਤੇ ਮਾਹੌਲ ਇਦਾਂ ਦਾ ਬਣਾਇਆ ਗਿਆ ਕਿ ਜਿਹੜੀ ਕਿਸਾਨੀ ਹੈ ਇਕੱਲੀ ਸਿੱਖੀ ਕਰਦੀ ਹੈ, ਹੋਰ ਕੋਈ ਨਹੀਂ ਕਰਦਾ। ਇਹ ਗੱਲ ਤੁਹਾਨੂੰ, ਇਹ ਗਲਤਫਹਿਮੀ ਆ ਤੁਹਾਨੂੰ। ਨਹੀਂ, ਮੈਂ ਇਹ ਗੱਲ ਨਹੀਂ ਮੰਨਦਾ। ਨਾ ਤੁਸੀਂ ਉੱਥੇ ਇਕੱਲੇ ਪੰਜਾਬ ਵਾਲੇ ਨਹੀਂ ਹੈਗੇ, ਹਰਿਆਣਾ ਬੈਠਾ ਤੇ ਹੋਰ ਉੱਤਰ ਪ੍ਰਦੇਸ਼, ਮੇਰੀ ਗੱਲ ਸੁਣੋ। ਬੈਠ ਕੇ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਢੀਆਂ। ਕੌਣ, ਕਿਹਨੇ ਕੱਢਦੀਆਂ ਤੁਹਾਨੂੰ ਗਾਲਾਂ? ਕਿਹਨੇ ਕੱਢੀਆਂ ਨੇ? ਯੋਗਰਾਜ ਸਿੰਘ ਕੱਢ ਕੇ ਨਹੀਂ ਗਿਆ। ਜ਼ਿਲ੍ਹੇ ਜੇ ਸੀਗਾ ਨਾ ਸਹੀ ਕਿਸਾਨ, ਜੇ ਸਹੀ ਕਿਸਾਨ ਸੰਗਠਨ ਸੀ, ਜ਼ਿਲ੍ਹੇ ਉਹਨੇ ਸਟੇਜ ਦੇ ਉੱਤੇ ਗਾਲਾਂ ਕੱਢੀਆਂ ਸੀ, ਉੱਥੇ ਹੀ ਉਹਦਾ ਕਟਾਪਾ ਹੁੰਦਾ, ਉੱਥੇ ਹੀ ਉਹਦਾ ਮਾਈਕ ਖੋਇਆ ਜਾਂਦਾ। ਅੱਛਾ ਮੇਰੀ ਗੱਲ ਸੁਣੋ ਪਹਿਲਾਂ, ਤੁਸੀਂ ਪਹਿਲਾਂ ਮੇਰੀ ਗੱਲ ਸੁਣੋ। ਉਹ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ, ਪਹਿਲਾਂ ਮੇਰੀ ਗੱਲ ਸੁਣੋ ਥਾਪਰ ਜੀ। ਤੁਸੀਂ ਗੱਲ ਕਰਦੇ ਹੋ ਡਿਵੈਲਪਮੈਂਟ ਦੇ ਬਾਰੇ, ਠੀਕ ਆ? ਹੁਣ ਮੈਂ ਡਿਵੈਲਪਮੈਂਟ ਦੇ ਬਾਰੇ ਦੱਸ ਦਿਓ ਵੀ ਨੌਜਵਾਨਾਂ ਨੂੰ ਨੌਕਰੀਆਂ ਕਿੰਨੀਆਂ ਮਿਲੀਆਂ ਨੇ? 2 ਕਰੋੜ ਇੱਕ ਹਿਸਾਬ ਦੇ ਨਾਲ ਲਾਉਣੇ ਆਪਾਂ 1 ਸਾਲ ਦੇ ਨਾਲ। ਤੁਸੀਂ 6 ਸਾਲ ਦੀ ਗੱਲ ਕਰਦੇ ਹੋ, 12 ਕਰੋੜ। ਪਹਿਲਾਂ ਮੇਰੀ ਗੱਲ ਸੁਣੋ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਸੀ 2 ਕਰੋੜ ਦੀਆਂ ਨੌਕਰੀ ਦੇਵਾਂਗੇ। ਪਹਿਲਾਂ ਗੱਲ ਸੁਣੋ, 12 ਕਰੋੜ ਬਣੇ ਨਾ 6 ਸਾਲ ਦਾ, ਤੁਸੀਂ 6 ਕਰੋੜ ਹੀ ਗਿਣਾ ਦਿਓ ਵੀ 6 ਕਰੋੜ ਨੌਕਰੀਆਂ ਮਿਲ ਗਈਆਂ ਨੌਜਵਾਨਾਂ ਨੂੰ। ਡਿਵੈਲਪਮੈਂਟ ਕਰ ਰਹੀ ਹੈ ਸਰਕਾਰ, ਸਾਰਾ ਕੁਝ ਕਰ ਰਹੀ ਹੈ। ਇਹ ਜਿਹੜਾ ਕੰਮ, ਜਿਹੜੇ ਨਵੇਂ ਬਿੱਲ ਆਏ ਆ, ਕਾਹਦੇ ਲਈ ਆਏ ਆ? ਵੀ ਦੇਸ਼ ਨੂੰ, ਸਾਡੇ ਨੂੰ ਟੈਕਸ ਮਿਲੇ। ਜਿਹੜੀਆਂ ਛੂਟਾਂ ਅਸੀਂ ਦਿੰਨੇ ਪਏ ਆ, ਉਹ ਛੂਟਾਂ ਬੰਦ ਹੋਣ, ਤਾਂ ਜੋ ਅਸੀਂ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਬਾਹਰੋਂ ਮੰਗਾਣੀਆਂ। ਇਸ ਕਾਨੂੰਨਾਂ ਦੇ ਨਾਲ ਨੌਜਵਾਨਾਂ ਨੂੰ ਕਿੱਥੋਂ ਮਿਲ ਗਿਆ? ਕਿਹੜਾ ਜਿਹੜੀਆਂ ਛੂਟਾਂ ਇਹਦੇ ਵਿੱਚੋਂ ਸਾਨੂੰ ਛੁੱਟਣਗੀਆਂ? ਮੰਨ ਲਓ ਕਾਰਪੋਰੇਟ ਘਰਾਣੇ ਕੋਈ ਕੰਮ ਕਰਦੇ ਆ, ਨਵੀਂ ਚੀਜ਼ ਕੱਢਦੇ ਆ। ਹੁਣ ਕੀ ਆ, ਆੜਤੀ ਕੋਲ ਗਿਆ, ਸਿੱਧਾ ਸਿਸਟਮ ਲੱਗ ਗਿਆ। ਜਿੱਤੇ ਹੁਣ ਐਡੇ ਵੱਡੇ ਗਡਾਊਨ ਬਣਨਗੇ, ਐਡੇ ਵੱਡੇ ਕਾਰਪੋਰੇਟ ਸੈਕਟਰ ਉਹਦੀ ਡਿਵੈਲਪਮੈਂਟ, ਉਹਨੂੰ ਸੰਭਾਲ ਦੇ ਲਈ, ਉਹਦੇ ਸਿਸਟਮ ਲਈ, ਉਹਨੂੰ ਉਹ ਫਿਨਿਸ਼ ਕਰਨ ਲਈ, ਉਹਦੀ ਪ੍ਰੋਡਕਸ਼ਨ ਕਰਨ ਲਈ ਕਰਨਗੇ। ਉਹਦੇ ਵਿੱਚ ਡਿਵੈਲਪਮੈਂਟ, ਉਹਦੇ ਵਿੱਚ ਸਾਰੇ ਨੌਜਵਾਨਾਂ ਨੂੰ ਕੰਮ ਮਿਲੂਗਾ ਹੀ? ਕਿਉਂ ਨਹੀਂ ਮਿਲੂਗਾ? ਅਡਾਨੀ ਅੰਬਾਨੀ ਨੇ ਆਪ ਥੋੜੀ ਆ ਕੇ ਮਸ਼ੀਨਾਂ ਚਲਾਉਣੀਆਂ, ਆਪ ਥੋੜੀ ਆ ਕੇ ਉੱਥੇ ਖੇਤਾਂ ਦੇ ਵਿੱਚੋਂ ਮਾਲ ਚੱਕ ਕੇ ਲੈ ਕੇ ਜਾਣਾ। ਉਹਨੇ ਬੰਦਿਆਂ ਨੂੰ ਹੀ ਕੰਮ ਦੇਣਾ, ਬੰਦਿਆਂ ਨੂੰ ਹੀ ਕੰਮ। ਇਹੀ ਪੰਜਾਬ ਦੇ ਨੌਜਵਾਨ ਨੂੰ ਕੰਮ ਮਿਲਣਾ। ਉਹਨਾਂ ਨੇ ਬਾਹਰੋਂ ਨਹੀਂ ਲੈ ਕੇ ਆਣੇ, ਇੰਪੋਰਟ ਨਹੀਂ ਕਰਨੇ। ਨਹੀਂ, ਤੁਸੀਂ ਮੈਨੂੰ ਜਵਾਬ ਦਿਓ। ਹੁਣ ਡਿਵੈਲਪਮੈਂਟ ਦੇ ਬਾਰੇ ਤੁਸੀਂ ਕਹਿੰਦੇ ਡਿਵੈਲਪਮੈਂਟ ਬਹੁਤ ਹੋਈ, ਥਾਪਰ ਜੀ ਨੇ ਕਹਿੰਦਾ ਡਿਵੈਲਪਮੈਂਟ ਬਾਹਲੀ ਹੋਈ ਆ। ਜੇ ਡਿਵੈਲਪਮੈਂਟ ਹੋਈ ਤਾਂ ਅਨਐਮਪਲੋਇਮੈਂਟ ਇੰਨੀ ਸਾਡੇ ਦੇਸ਼ ਦੇ ਵਿੱਚ ਕਿਉਂ 17% ਅਨਐਮਪਲੋਇਮੈਂਟ ਹੋਈ ਫਿਰਦੀ ਹੈ? ਦੇਖੋ, ਇਹ ਸਵਾਲ ਹੁਣ ਚੱਕੇ ਜਾ ਰਹੇ ਆ, ਜਦ ਕਿ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਗਏ। ਦੇਸ਼ ਦੇ ਵਿੱਚ ਹੋਰ ਸਰਕਾਰਾਂ ਨੇ ਵੀ ਰਾਜ ਕੀਤਾ। ਮੋਦੀ ਦੀ ਸਰਕਾਰ 6 ਸਾਲ ਤੋਂ ਸਾਡੇ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਤੇ ਦੇਸ਼ ਦੀ ਉન્નਤੀ ਦੇ ਲਈ ਕੰਮ ਕਰ ਰਹੀ ਹੈ। ਤੁਸੀਂ ਅੱਜ ਗੱਲ ਕਰੋ, ਚਾਈਨਾ ਨਾਲ ਲੜਾਈ ਜਦੋਂ ਹੁੰਦੀ ਹੈ, ਬਾਰਡਰ ਦੇ ਉੱਤੇ ਚਾਈਨਾ ਸੈਨਿਕ ਸਾਡੇ ਹਿੰਦੁਸਤਾਨ ਦੇ ਵਿੱਚ ਵੜਨ ਦੀ ਗੱਲ ਕਰਦੇ ਨੇ, ਉਦੋਂ ਸਾਰਾ ਹਿੰਦੁਸਤਾਨ ਦੀ ਸੈਨਾ ਹੀ ਨਹੀਂ, ਪੂਰਾ ਵਰਲਡ ਸਾਡੇ ਦੇ ਨਾਲ ਖੜਾ ਹੁੰਦਾ ਚਾਈਨਾ ਦੇ ਅਗੇਂਸਟ। ਇਹਨੂੰ ਕੀ ਇੰਨੀ ਤੁਸੀਂ ਗੱਲ ਸੋ, ਚਾਈਨਾ ਦਾ ਬਾਉਂਡਰੀ ਤਾਂ ਪਹਿਲਾਂ ਹੀ ਕਵਰ ਕੀਤੀ ਹੈ। ਤੁਸੀਂ ਖਬਰਾਂ ਸੁਣਦੇ ਹੋ, ਪਤਾ ਨਹੀਂ ਕਿਹੜੇ ਚੈਨਲ ਤੁਸੀਂ ਦੇਖਦੇ ਹੋ, ਮੈਨੂੰ ਨਹੀਂ ਪਤਾ ਹੈਗਾ, ਪਰ ਅਸਲ ਚੈਨਲ ਦੇਖੋ ਜਿਹਦੇ ਵਿੱਚ ਦੱਸਦੇ ਨੇ ਵੀ ਚਾਈਨਾ ਨੇ ਓਕੂਪਾਈ ਕੀਤੀ ਹੋਈ ਹੈ ਜ਼ਮੀਨ ਸਾਡੀ ਇੰਡੀਆ ਦੀ। ਇੱਕੋ ਇੱਕ ਗੱਲ ਕਰਦਾ, ਜਦ ਦਾ ਮੋਦੀ ਨੇ ਕੇਂਦਰ ਸਰਕਾਰ ਦੇ ਵਿੱਚ ਸ਼ਾਸਨ ਸੰਭਾਲਿਆ, ਸਨਾਤਨ ਧਰਮ ਦਾ ਕੱਦ ਉੱਚਾ ਕੀਤਾ, ਹਿੰਦੁਸਤਾਨ ਦਾ ਕੱਦ ਪੂਰੇ ਵਰਲਡ ਦੇ ਵਿੱਚ ਉੱਚਾ ਕੀਤਾ। ਧਰਮ ਦੀ ਗੱਲ ਕਿੱਥੋਂ ਵਿੱਚ ਲੈ ਜਾਂਦੇ? ਧਰਮ ਦੀ ਗੱਲਾਂ ਵਿੱਚ ਕਿੱਥੇ ਲੈ ਜਾਂਦੇ? ਅਸੀਂ ਡਿਵੈਲਪਮੈਂਟ ਦੀ ਗੱਲ ਕਰੋ, ਧਰਮਾਂ ਦੀ ਗੱਲ ਕਰੀ ਜਾਂਦੇ ਹੋ। ਮੈਂ ਡਿਵੈਲਪਮੈਂਟ ਦੀ ਗੱਲ ਕਰੋ, ਤੁਸੀਂ ਸਿੱਧਾ ਮੇਰੇ ਨਾਲ। ਦੇਸ਼ ਅੱਗੇ ਨਾਲ ਤਰੱਕੀ ਕਰ ਰਿਹਾ। ਮੋਦੀ ਜੀ ਕੀ ਕਹਿ ਰਹੇ ਆ, ਗੱਲ ਸੁਣੋ। ਉਹ ਕੀ ਕਹਿ ਰਹੇ? ਇੱਕ ਰਾਸ਼ਟਰ ਇੱਕ ਬਿਜਲੀ ਰੇਟ ਹੈ, ਗਲਤ ਗੱਲ ਕਰ ਰਹੇ ਆ। ਮੈਨੂੰ ਪਹਿਲਾਂ ਤੁਸੀਂ ਜਵਾਬ ਦਿਓ, ਮੋਦੀ ਜੀ ਕੀ ਕਹਿ ਰਹੇ ਆ? ਇੱਕ ਰਾਸ਼ਟਰ ਇੱਕ ਬਿਜਲੀ ਰੇਟ। ਕਿਸਾਨਾਂ ਨੂੰ ਉਹ ਵੀ ਤਕਲੀਫ ਹੈ, ਕਿਉਂ ਨਾ ਹੋਵੇ? ਸਾਡੇ ਨਾਲ ਮੋਦੀ ਨੇ ਤਾਂ ਇਹ ਵੀ ਕਹੀ 2 ਕਰੋੜ ਨੌਕਰੀਆਂ ਉਹ ਹੈਗੀਆਂ ਨੇ। ਪਹਿਲਾਂ ਸੁਣੋ ਜੀ,
ਪੰਜਾਬ ਬਿਜਲੀ ਉਤਪਾਦਨ ਕਰਦਾ ਹੈ। ਸਾਡੇ ਹਰਿਆਣੇ ਹਿਮਾਚਲ ਦੇ ਵਿੱਚ ਲਾ ਲਓ, ਦਿੱਲੀ ਦੇ ਵਿੱਚ ਲਾ ਲਓ 3 ਰੁਪਏ ਬਿਜਲੀ ਰੇਟ ਚੱਲਦਾ ਹੈ। ਸਾਡੇ ਪੰਜਾਬ ਦੇ ਵਿੱਚ 12 ਰੁਪਏ ਰੇਟ। ਐਦਾਂ ਕਿਉਂ? ਅਗਰ ਮੋਦੀ ਸਰਕਾਰ ਕੋਈ ਦੇਸ਼ ਦੇ ਵਿੱਚ ਇੱਕ ਗੱਲ ਕਰਨਾ ਚਾਹੁੰਦੀ ਹੈ ਵੀ ਇੱਕੋ ਟਾਈਮ ਇੱਕੋ ਸਮੇਂ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ ਦੇ ਚੁਣਾਵ ਹੋਣੇ ਚਾਹੀਦੇ, ਕਿਹੜੀ ਮਾੜੀ ਗੱਲ ਕਰਦੇ ਆ? ਜਦ ਮੋਦੀ ਜੀ ਗੱਲ ਕਰਦੇ ਨੇ ਇੱਕ ਰਾਸ਼ਟਰ ਇੱਕ ਬਿਜਲੀ ਰੇਟ, ਬਿਜਲੀ ਦੀ ਗੱਲ ਕਰਦੇ ਹੋ, ਬਿਜਲੀ ਦੀ ਅਸੀਂ ਵੀ ਗੱਲ ਕਰਦੇ, ਬਿਜਲੀ ਰੇਟ ਕਿਉਂ ਨੇ? ਇਹ ਨਹੀਂ ਹੈਗਾ ਵੀ ਅਸੀਂ ਨਹੀਂ ਗੱਲ ਕਰਦੇ, ਅਸੀਂ ਗੱਲ ਕਰਦੇ ਆ ਇਹਨਾਂ ਬਾਰੇ। ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਬਿਲਕੁਲ ਦੇਸ਼ ਅੱਗੇ ਨਾਲੋਂ ਤਰੱਕੀ ਕਰ ਰਿਹਾ ਹੈ। ਦੇਸ਼ ਦੇ ਵਿੱਚ ਵਪਾਰੀ ਵਰਗ ਪੈਸਾ ਲੈਣ ਤੋਂ ਜਿਹੜੀਆਂ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਵੀ ਆ ਬਿਲਕੁਲ ਦਿਲ ਖੋਲ ਕੇ ਭਾਰਤ ਵਿੱਚ ਇਨਵੈਸਟਮੈਂਟ ਕਰਨ ਨੂੰ ਤਿਆਰ ਨੇ। ਪਰ ਇੱਕ ਗੱਲ ਜਿਹੜੀ ਬਿਲਕੁਲ ਸਾਫ਼ ਹੈ, ਮੈਂ ਫੇਰ ਕਹਿ ਰਿਹਾ, ਗੱਲ ਆ ਰਹੀ ਕਿਸਾਨ ਅੰਦੋਲਨ। ਕਿਸਾਨ ਖੁਦ ਆਪਣੇ ਆਪ ਨੂੰ ਕਹਿ ਰਿਹਾ ਅਸੀਂ ਅੰਨਦਾਤਾ, ਦੇਸ਼ ਨੂੰ ਅਸੀਂ ਅੰਨ ਖਵਾਉਂਦੇ ਆ। ਮੈਂ ਫਿਰ ਕੋਈ ਗਲਤ ਕਹਿ ਰਿਹਾ? ਕਿਸਾਨ ਜਿਹੜੇ ਲੋਕ ਨੇ ਬਿਲਕੁਲ ਕਣਕ ਦਾ ਉਤਪਾਦਨ ਕਰਦੇ ਨੇ, ਉਹ ਕਣਕ ਉਤਪਾਦਨ ਕਰਦੇ ਨੇ, ਅਸੀਂ ਲੋਕ ਪੈਸੇ ਦੇ ਕੇ ਕਣਕ ਲੈ ਕੇ ਆਉਂਦੇ ਆ। ਜਿਹੜੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਇੱਕ ਮੈਸੇਜ ਗਲਤ ਦਿੱਤਾ ਜਾ ਰਿਹਾ, ਬਿਲਕੁਲ ਕਈਆਂ ਨੇ ਕਿਸਾਨ ਅੰਦੋਲਨ 'ਚ ਗੱਲ ਕੀਤੀ ਹੈ ਵੀ ਅਸੀਂ 10 ਫੈਟ ਦੁੱਧ ਬਣਾਉਂਦੇ ਆ ਤੇ ਅਸੀਂ 2 ਫੈਟ ਦੁੱਧ ਸ਼ਹਿਰਾਂ 'ਚ ਵੇਚਦੇ ਆ। ਜਿਹੜੀ ਉਹ ਗੱਲਾਂ ਦੇਖੋ ਪਿੰਚ ਕਰਦੀਆਂ। ਹੁਣ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਉੱਥੇ ਖਾਲਿਸਤਾਨ ਦੇ ਨਾਅਰੇ ਲੱਗੇ ਜਾਂਦੇ ਨੇ, ਕਿਸਾਨ ਅੰਦੋਲਨ ਦੀ ਆੜ 'ਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ ਜਾਂਦੀ ਹੈ, ਜਿਹੜੀ ਬਿਲਕੁਲ ਸਾਨੂੰ ਇੱਥੇ ਆਘਾਤ ਪਹੁੰਚਾਉਂਦੀ ਹੈ। ਮੈਂ ਤਾਂ ਤੁਸੀਂ ਕਿਹੜੀਆਂ ਖਬਰਾਂ ਦੇਖਦੇ ਹੋ? ਕਿੱਥੇ ਤੁਸੀਂ ਦੇਖ ਲਏ ਨੇ ਇਹ? ਪਹਿਲਾਂ ਮੈਨੂੰ ਦੱਸੋ ਤੁਸੀਂ ਦੇਖਿਆ ਕਿੱਥੇ ਆ ਇਹ? ਪਹਿਲਾਂ ਮੈਨੂੰ ਇਹ ਦੱਸੋ, ਇਹ ਕਿਹੜੇ ਚੈਨਲ ਜਿਹੜੇ ਇਹੋ ਜਿਹਾ ਦਿਖਾਉਂਦੇ ਨੇ? ਹਿੰਦੂ ਬਾਰਡਰ ਦੇ ਵਿੱਚ ਬਿਲਕੁਲ ਕਲੀਅਰ ਦਿਖਾ ਰਹੇ ਨੇ। ਜੋ ਰਾਈ ਬੜਵਾ ਕੁੱਤਾ ਸਾਡੇ ਹਿੰਦੂ ਸਮਾਜ ਦੀਆਂ ਔਰਤਾਂ ਉੱਤੇ ਆਪੱਤੀਜਨਕ ਸ਼ਬਦਾਵਲੀ ਯੂਜ਼ ਕਰਦਾ। ਲੱਖਾ ਸਹਾਣਾ ਵਰਗਾ ਬੈਠਾ ਉੱਥੇ ਬੰਦਾ ਖਾਲਿਸਤਾਨ ਦੀ ਗੱਲ ਕਰਦਾ। ਮੇਰਾ ਇੱਕੋ ਇੱਕ ਕਹਿਣਾ, ਅਗਰ ਕੇਂਦਰ ਸਰਕਾਰ ਕਿਸਾਨਾਂ ਦੀ ਤਰੱਕੀ ਦੇ ਲਈ ਕੋਈ ਵਧੀਆ ਕਾਨੂੰਨ ਲੈ ਕੇ ਆਈ ਹੈ ਤਾਂ ਉਹਨੂੰ ਸੋਚੇ ਸਮਝੇ ਬਗੈਰ ਜਿਹੜਾ ਅੰਦੋਲਨ ਕਰਨਾ ਬਿਲਕੁਲ ਬੇਵਕੂਫੀ ਹੈ। ਟੰਡਨ ਜੀ ਨੇ ਗੱਲ ਕਰ ਲਈ। ਟੰਡਨ ਜੀ ਇੱਕ ਮਿੰਟ, ਹੁਣ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਲਈ ਸੀ, ਪਾਣੀ ਪੁੱਛ ਲਈ ਤੁਹਾਨੂੰ। ਹੁਣ ਥਾਪੜੀ ਤੁਸੀਂ ਧੱਕੇ ਨਾਲ ਪਾਣੀ ਪੀਓਗੇ ਜਿਵੇਂ ਪਿਲਾਉਂਗਾ ਤੁਹਾਨੂੰ? ਜੋ ਮੈਨੂੰ ਪਿਆਸ ਹੋਊਗੀ ਤਾਂ ਜ਼ਰੂਰ ਪੀਊਂਗਾ। ਉਹ ਵੀ ਧੱਕੇ ਨਾਲ ਤਾਂ ਨਹੀਂ ਪਿਲਾ ਸਕਦਾ ਨਾ ਮੈਂ। ਜੇ ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦੇ ਕਾਨੂੰਨ, ਫਿਰ ਦੱਸੋ ਧੱਕੇ ਨਾਲ ਕਿਉਂ ਕਹਿੰਦੇ ਨਹੀਂ ਚਾਹੀਦਾ? ਕਿਹੜੇ ਕਹਿੰਦੇ ਚਾਹੀਦੇ ਆ? ਉਹ ਕਿਹੜਾ ਕਹਿ ਰਹੇ ਨੇ? ਕਿਹੜੇ ਨੇ ਉਹ? 55 ਕਰੋੜ ਕਿਸਾਨ ਹੈ, 50,000 ਕਿਸਾਨ ਬੈਠ ਕੇ ਤੈਅ ਕਰੂਗਾ। ਕਿਹਨੇ ਕਹਿੰਦਾ 50,000? ਤੁਸੀਂ ਗਏ ਹੋ ਉੱਥੇ? ਤੁਸੀਂ ਹੋਰ ਕਿੰਨੇ ਨੇ? ਬੰਦਾ ਨਹੀਂ ਹੈਗਾ, ਮੇਰਾ ਛੱਤਰ ਵਾਲਾ ਤੁਸੀਂ ਗੇੜਾ ਮਾਰ ਕੇ ਆਓ, ਫਿਰ ਗੇੜਾ ਮਾਰ ਕੇ ਉੱਥੇ ਜਾ ਕੇ ਕਹੋਗੇ ਵੀ ਲਾਖੀ ਹੋ ਤੁਸੀਂ। ਉੱਥੇ ਫੁਕਰੀ ਵੱਜ ਰਹੀ ਹੈ, ਹੋਰ ਕੁਝ ਨਹੀਂ ਹੋ ਰਿਹਾ, ਕੱਲੀ ਫੁਕਰੀ। ਕਿਸਾਨ ਉੱਥੇ ਬੈਠਾ ਤੇ ਖੇਤਾਂ 'ਚ ਕੰਮ ਕੌਣ ਕਰ ਰਿਹਾ? ਫਿਰ ਦੱਸੋ ਨਾ। ਉਹੀ ਤਾਂ ਗੱਲ ਚੱਲਦੀ ਪਈ। ਜਦ ਜੇ ਕਿਸਾਨ ਸੜਕਾਂ ਤੇ ਰਹੂਗਾ, ਕੰਮ ਕੌਣ ਕਰੂਗਾ ਖੇਤਾਂ ਦੇ ਵਿੱਚ? ਤਾਂ ਸਾਡੇ ਕੋਲ ਅੰਨ ਕਿੱਥੋਂ ਆਊਗਾ? ਦੱਸੋ ਮੈਨੂੰ। ਹੋ ਰਹੀ ਹੈ, ਹੁਣ ਵੀ ਖੇਤੀ ਹੋ ਰਹੀ ਹੈ। ਮੈਂ ਫੇਰ ਕਹਿ ਰਿਹਾ, ਅਗਰ ਕਿਸਾਨ ਬਾਰਡਰ ਤੇ ਬੈਠਾ ਖੇਤਾਂ 'ਚ ਕੰਮ ਕੌਣ ਕਰ ਰਿਹਾ? ਸੜਕਾਂ ਤੇ ਕਿੱਦਾਂ ਘੁੰਮ ਰਹੀਆਂ? ਐਡਾ ਕਿੱਦਾਂ ਘੁੰਮ ਰਹੀਆਂ ਦੱਸੋ? ਗੰਨੇ ਮਿੱਲਾਂ 'ਚ ਲੈ ਕੇ ਆਉਂਦੇ, ਮਿੱਲਾਂ ਨੂੰ ਵਿੱਚ ਉਹਨਾਂ ਨੂੰ ਰੇਟ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ ਉਹਨਾਂ? ਉਹੀ ਤਾਂ ਮੇਰਾ ਹੀ ਤਾਂ ਰੋਣਾ ਵਾ, ਇਹੀ ਤਾਂ ਮੋਦੀ ਰੋਂਦਾ। ਇਹੀ ਤਾਂ ਗੱਲ ਤੁਹਾਨੂੰ ਕਹਿੰਦੇ ਪਿਆ, ਅਸੀਂ ਪੁੱਛਦੇ ਪਏ ਆ। ਉੱਥੇ ਵੀ ਇਹੀ ਗੱਲ ਚੱਲਦੀ ਪਈ ਆ ਕਿ ਉੱਥੇ ਮੇਰੀ ਗੱਲ ਸੁਣੋ, ਮਿਨੀਮਮ ਸਪੋਰਟ ਪ੍ਰਾਈਸ ਹੈ ਨਹੀਂ ਗੰਨੇ ਦੇ ਉੱਤੇ। ਮੇਰੀ ਗੱਲ ਸੁਣੋ ਪਹਿਲਾਂ, MSP ਨੂੰ ਲੈ ਕੇ ਹੀ ਮੁੱਦਾ ਚੱਲਦਾ ਪਿਆ ਹੈ। ਮੇਰੀ ਗੱਲ ਸੁਣੋ, ਪੰਜਾਬ ਦੇ ਵਿੱਚ ਅਸੀਂ ਵੀ ਕਾਇਦਿਆਂ 'ਚ ਪੜ੍ਹਦੇ ਆਏ ਆ, ਜਦ ਜੱਟ ਨੂੰ ਬਾਣੀਆਂ ਨਾ ਮਾਰੇ ਤਾਂ ਜੱਟ ਸ਼ਾਹੂਕਾਰ ਹੋਵੇ। ਜੇ ਹੁਣ ਬਾਣੀਆਂ ਤੋਂ ਬਚਾਅ ਕਰਨ ਦਾ ਮੋਦੀ ਨੇ ਇੰਤਜ਼ਾਮ ਕੀਤਾ ਤਾਂ ਬਾਣੀਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਜੱਟ ਫੇਰ ਬੁੱਧੂ ਬਣ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਖੀਰਲਾ ਸਵਾਲ ਪੁੱਛਦਾ ਵਾਂ ਕਿ ਤੁਸੀਂ ਹੁਣ ਅਗਰ ਮੰਨ ਲਓ ਇਹ ਅੰਦੋਲਨ ਅੱਗੇ ਚੱਲਦਾ ਆ ਤਾਂ ਤੁਸੀਂ ਆਪਣਾ ਜਿਹੜਾ ਰਵੱਈਆ ਇਹ ਚੇਂਜ ਕਰੋਗੇ ਕਿ ਨਹੀਂ? ਅਸੀਂ ਲੋਕ ਬਿਲਕੁਲ, ਸਾਡੇ ਵੱਲੋਂ ਕਲੀਅਰ ਮੈਸੇਜ ਹੈ, ਸਾਡੇ ਵੱਲੋਂ ਸ਼ਿਵ ਸੈਨਾ ਪੰਜਾਬ ਵੱਲੋਂ ਅਸੀਂ ਲੋਕ ਮੋਦੀ ਦੇ ਹੱਕ ਦੇ ਵਿੱਚ ਤੇ ਦੇਸ਼ ਦੇ ਜਿਹੜੇ ਕਿਸਾਨੀ ਕਾਨੂੰਨ ਬਣੇ ਨੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਿਰੰਗਾ ਮਾਰਚ ਕੱਢਣ ਜਾ ਰਹੇ ਹਾਂ। ਬਿਲਕੁਲ ਇੱਕ ਮੈਸੇਜ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦੇਣਾ ਚਾਹਾਂਗੇ ਵੀ ਜਿਹੜਾ ਕੇਂਦਰ ਸਰਕਾਰ ਨੇ ਤੁਹਾਡੇ ਲਈ ਕਾਨੂੰਨ ਲਿਆਂਦਾ, ਤੁਹਾਡੇ ਹੱਕ ਲਈ ਲਿਆਂਦਾ, ਤੁਸੀਂ ਲੋਕਾਂ ਲੀਡਰਾਂ ਦੇ ਪਹਿਕਾਵੇ 'ਚ ਨਾ ਆ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ, ਨਾ ਹੀ ਪੰਜਾਬ ਦੀ ਤੇ ਦੇਸ਼ ਦੀ ਅਰਥ ਵਿਵਸਥਾ ਖਰਾਬ ਕਰੋ। ਜਿਹੜੇ ਲੋਕ ਵਿਦੇਸ਼ਾਂ 'ਚ ਬੈਠੇ ਨੇ, ਜਿਹੜੇ ਨਹੀਂ ਚਾਹੁੰਦੇ ਵੀ ਪੰਜਾਬ ਸੁੱਖ ਸ਼ਾਂਤੀ ਨਾਲ ਰਵੇ, ਜਿਹੜੇ ਲੋਕ ਪੰਜਾਬ ਨੂੰ ਹਿੰਦੁਸਤਾਨ 'ਚੋਂ ਅਲੱਗ ਕਰਕੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਪਹਿਕਾਵੇ 'ਚ ਆ ਕੇ ਕੋਈ ਵੀ ਅੰਦੋਲਨ ਨਾ ਕਰੋ। ਮੇਰਾ ਇੱਕੋ ਇੱਕ ਮੈਸੇਜ ਹੈ ਸਾਡੇ ਕਿਸਾਨ ਭਰਾਵਾਂ ਨੂੰ। ਇੱਥੇ ਮੈਂ ਰੋਕਣਾ ਚਾਹੁੰਦਾ ਵਾਂ, ਮੈਸੇਜ ਤੁਸੀਂ ਦੇਤਾ। ਪਹਿਲਾਂ ਮੈਨੂੰ ਦੱਸੋ ਕਿਹੜੇ ਉੱਥੇ ਕਿਸਾਨ ਨੇ ਜਿਨ੍ਹਾਂ ਨੇ ਕਹਿੰਦਾ ਖਾਲਿਸਤਾਨ ਚਾਹੀਦਾ ਵਾ? ਪਹਿਲਾਂ ਮੈਨੂੰ ਇਹ ਜਵਾਬ ਦਿਓ। ਦੇਖੋ ਜਿਹੜਾ ਪਿੱਛੋਂ ਪੈਸਾ ਆ ਰਿਹਾ, ਦੇਖੋ ਕਿਹੜਾ ਪਿੱਛੋਂ ਪੈਸਾ ਆ ਰਿਹਾ? ਜਦੋਂ ਇੱਥੇ ਲੰਗਰ ਲੱਗਦੇ ਨੇ ਉਸ ਵੇਲੇ ਕੋਈ ਨਹੀਂ ਕਹਿੰਦਾ ਫੰਡਿੰਗ ਕਿੱਥੋਂ ਆ ਗਈ। ਉੱਥੇ ਲੰਗਰ ਲੱਗੇ ਹੋਏ ਨੇ, ਜਿਹੜੇ ਪਿੰਡਾਂ ਦੇ ਵਿੱਚੋਂ ਪੈਸੇ ਜਾਂਦੇ ਨੇ, ਮੰਨਦੇ ਆ ਲੰਗਰ ਦੇ ਲਈ ਜਾਂਦੇ ਨੇ, ਲੰਗਰ ਦੇ ਲਈ ਸਾਰਾ ਇੱਥੋਂ ਜਾਂਦਾ ਵਾ, ਜਿੰਨਾ ਅੰਨ ਜਾਂਦਾ ਵਾ ਘਰਾਂ ਦੇ ਵਿੱਚੋਂ ਜਾਂਦਾ ਵਾ, ਇਕੱਠੇ ਹੋ ਕੇ ਜਾਂਦਾ। ਦੱਸੋ ਕਿਹੜੇ ਖਾਲਿਸਤਾਨੀ ਤੁਸੀਂ ਸਪੋਰਟ ਕਰਤੀ? ਮੈਂ ਨਹੀਂ ਕਹਿ ਰਿਹਾ ਸਾਰੇ ਕਿਸਾਨ ਗਲਤ ਨੇ, ਮੈਂ ਫੇਰ ਕਹਿ ਰਿਹਾ ਹੁਣ ਉੱਥੇ ਅਗਰ ਲੱਖ ਬੰਦਾ ਇਕੱਠਾ ਹੋਇਆ
ਅਗਰ 100 ਬੰਦਿਆਂ ਨੇ ਖਾਲਿਸਤਾਨ ਦੇ ਇੱਕ ਨਾ ਹੱਕ 'ਚ ਨਾਅਰੇ ਲਾਤੇ, ਜਰਨੈਲ ਸਿੰਘ ਅੱਤਵਾਦੀ ਪਿੰਡਰਾਂ ਦੇ ਹੱਕ 'ਚ ਨਾਅਰੇ ਲਾਤੇ, ਤਾਂ ਇੱਕ ਮੈਸੇਜ ਦਿਖਾਉਣ ਨੂੰ ਇੱਕ ਬੜਾ ਵੱਡਾ ਜਾਂਦਾ ਹੈ ਵੀ ਦੇਖੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਵੰਤ ਸਿੰਘ ਪੰਨੂ ਜਿਹੜਾ ਵਿਦੇਸ਼ਾਂ 'ਚ ਬੈਠਾ, ਉਹ ਉੱਥੇ ਬੈਠਾ ਸੋਸ਼ਲ ਮੀਡੀਆ ਤੇ ਘੋਸ਼ਣਾ ਕਰਦਾ ਪੰਜਾਬ ਦੇ ਖਿਲਾਫ, ਪੰਜਾਬ ਨੂੰ ਹਿੰਦੁਸਤਾਨ 'ਚੋਂ ਅਲੱਗ ਕਰਨ ਦੀ ਗੱਲ ਕਰਦਾ ਵੀ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ, ਤੁਸੀਂ ਅੰਦੋਲਨ ਕਰੋ। ਟੰਡਾ ਜੀ ਦੇਖੋ ਆ ਗੱਲ ਨਹੀਂ ਕਰਨੀ, ਨਹੀਂ ਪਹਿਲਾਂ ਮੇਰੀ ਗੱਲ ਸੁਣੋ, ਖਾਲਿਸਤਾਨੀ ਵਾਲੀ ਗੱਲ ਮੇਰੀ ਗੱਲ ਸੁਣੋ, ਆ ਸਮਰਥਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ। ਜਿਹੜੀ ਗੱਲ ਕਿਸਾਨੀ ਮੁੱਦਾ ਵਾ, ਕਿਸਾਨੀ ਮੁੱਦੇ ਦੇ ਪਹਿਲਾਂ ਦੁਆਰਾ ਵਾਪਸ ਆਓ। ਤੁਸੀਂ ਖਾਲਿਸਤਾਨੀ ਦੀ ਗੱਲ ਤਾਂ ਮੈਂ ਗੱਲ ਤੋਰੀ, ਤਾਂ ਮੈਂ ਤੋਰਨੀ ਨਹੀਂ ਸੀ। ਸਾਡਾ ਭਾਰਤ ਜਿਹੜਾ ਦੇਸ਼ ਆ, ਲੋਕਤੰਤਰ ਦੇਸ਼ ਆ, ਹਰ ਕਿਸੇ ਨੂੰ ਆਪਣੀ ਆਵਾਜ਼ ਚੱਕਣ ਦਾ ਹੱਕ ਹੈ। ਅਗਰ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਤੇ ਕਿਸਾਨਾਂ ਨੇ ਅਗਰ ਉਹਦਾ ਵਿਰੋਧ ਕੀਤਾ, ਉਹਨਾਂ ਨੂੰ ਹੱਕ ਹੈ, ਲੋਕਤੰਤਰ ਦੇ ਵਿੱਚ ਹੱਕ ਹੈ। ਪਰ ਜਿੱਦ ਮੈਂ ਨਾ ਮੰਨੂ ਜਿਹੜਾ ਬਿਲਕੁਲ ਗਲਤ ਹੈ। ਸਰਕਾਰ ਅਗਰ ਵਾਰ-ਵਾਰ ਬੁਲਾ ਰਹੀ ਹੈ ਵੀ ਤੁਹਾਨੂੰ ਕੁਝ ਕਾਨੂੰਨ 'ਚ ਅਮੈਂਡਮੈਂਟ ਕਰਾਣੀ ਹੈ ਤਾਂ ਕਰਵਾ ਲਓ, ਪਰ ਅਮੈਂਡਮੈਂਟ ਮੰਗੀ ਹੋਈ ਨਹੀਂ, ਕਿਸੇ ਨੇ ਅਮੈਂਡਮੈਂਟ ਮੰਗੀ ਹੋਈ ਨਹੀਂ। ਮੈਨੂੰ ਦੱਸ ਦਿਓ ਕਿਹੜੇ ਕਿਸਾਨ ਜਿਹੜੇ ਅਮੈਂਡਮੈਂਟ ਮੰਗਦੇ ਆ, ਉਹ ਕਹਿੰਦੇ ਰਿਪੀਲ ਕਰੋ ਜਾਂ ਇਹਨਾਂ ਨੂੰ ਰੱਦ ਕਰ ਦਿਓ। ਇਹਨਾਂ ਨੂੰ ਕਿਉਂ ਕਰਨ? ਹਿੰਦੁਸਤਾਨ ਦੇ ਵਿੱਚ 29 ਸਟੇਟਾਂ ਨੇ, ਅਗਰ ਇੱਕ ਸਟੇਟ ਕਹਿ ਦੂਗੀ ਕਾਨੂੰਨ ਬਦਲ ਦਿਓ, ਉਹਨਾਂ ਲਈ ਕਾਨੂੰਨ ਬਦਲ ਦਿੱਤਾ ਜਾਊਗਾ। ਜਾ ਕੇ ਗੇੜਾ ਮਾਰ ਕੇ ਪਹਿਲਾਂ ਸਟੇਟਾਂ ਗਿਣੋ ਜਾ ਕੇ, ਉੱਥੇ ਸਟੇਟਾਂ ਇੱਕ ਸਟੇਟ ਨਹੀਂ ਹੈਗੀ ਪੰਜਾਬ ਉੱਥੇ। ਟੰਡਾ ਜੀ ਜਿਹੜੇ ਕਿਸਾਨ ਨੇ ਬੜੇ ਖੁਸ਼ਹਾਲ ਨੇ। ਅਗਰ ਸਾਡੇ ਪੰਜਾਬ ਦੇ ਵਿੱਚ 90% ਜਿਹੜੇ ਕਿਸਾਨ ਨੇ ਬਹੁਤ ਖੁਸ਼ਹਾਲ ਨੇ। ਸਾਡੀ ਇੱਕੋ ਇੱਕ ਬੇਨਤੀ ਹੈ, ਜਿਹੜੀਆਂ ਫੈਸਿਲਿਟੀਆਂ ਦੀ ਗੱਲਾਂ ਕੀਤੀਆਂ ਜਾਂਦੀਆਂ, ਲੋਨ ਮਾਫ ਦੀ ਗੱਲ ਕੀਤੀ ਜਾਂਦੀ, ਬਿਜਲੀ ਮਾਫ ਦੀ ਗੱਲ ਕੀਤੀ ਕਰਦੇ ਨੇ, ਇਹਨਾਂ ਨੂੰ ਬਿਲਕੁਲ ਦੇਸ਼ ਹਿੱਤ ਨੂੰ ਦੇਖਦੇ ਹੋਏ, ਸ਼ਹਿਰੀਆਂ ਦੇ ਹਿੱਤ ਨੂੰ ਵੀ ਦੇਖਦੇ ਹੋਏ, ਜਿਹੜੀ ਬਿਜਲੀ ਫ੍ਰੀ ਲੈਂਦੇ ਨੇ ਉਹ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਆ। ਜਿਹੜਾ ਲੋਨ ਮਾਫੀ ਦੀ ਗੱਲ ਕਰਦੇ ਨੇ ਉਹ ਵੀ ਬਿਲਕੁਲ ਮੰਗ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਜਿਹੜੀ MSP ਦੀ ਗੱਲ ਕਰਦੀ ਹੈ ਕਿ ਕਿਸਾਨ ਜਿਹੜੇ ਗੱਲ ਕਰਦੇ ਨੇ ਵੀ ਸਾਨੂੰ MSP ਲਾਗੂ ਕੀਤੀ ਜਾਵੇ। ਅੱਜ ਤੱਕ 70 ਸਾਲ ਦੇਸ਼ ਨੂੰ ਹੋ ਗਏ ਆਜ਼ਾਦ ਹੋਏ ਨੂੰ, ਅੱਜ ਤੱਕ ਦੱਸੋ ਕਦੋਂ MSP ਦੇ ਆਧਾਰਿਤ ਕਾਨੂੰਨ ਬਣਾਇਆ ਗਿਆ? ਪਰ ਹੁਣ ਇਹ ਮੰਗ ਨੂੰ ਲੈ ਕੇ ਜਿੱਦ ਕਿਉਂ ਕੀਤੀ ਜਾ ਰਹੀ ਹੈ ਵੀ MSP ਦਾ ਕਾਨੂੰਨ ਬਣਾਇਆ ਜਾਵੇ? ਕਿਉਂ? ਤਾਂ ਕਿ ਮੋਦੀ ਸਰਕਾਰ ਨੂੰ ਸਿਰਫ ਢਾਣਾ। ਮਕਸਦ ਸਿਰਫ ਇੱਕੋ ਹੀ ਹੈ ਵੀ ਜਿਹੜਾ ਕੇਂਦਰ 'ਚ ਮੋਦੀ ਬੈਠਾ ਇਹਦੀ ਪਿੱਠ ਲਾਣਾ, ਜਿਹੜਾ ਬਿਲਕੁਲ ਗਲਤ ਹੈ। ਹਿੰਦੁਸਤਾਨ ਦੀ 130 ਕਰੋੜ ਦੀ ਆਬਾਦੀ ਹੈ, ਜ਼ਿਆਦਾਤਰ ਆਬਾਦੀ ਨੇ ਉਹਨਾਂ ਨੂੰ ਵੋਟ ਪਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ। ਅਗਰ ਦੇਸ਼ ਹਿੱਤ ਲਈ ਕੋਈ ਮੋਦੀ ਸਰਕਾਰ ਫੈਸਲਾ ਲੈਂਦੀ ਹੈ, ਹਰ ਦੇਸ਼ ਭਗਤ ਕਿਸਾਨ ਮੋਦੀ ਦੇ ਨਾਲ ਖੜਾ। ਬਹੁਤ ਧੰਨਵਾਦ ਜੀ। ਸੋ ਇਹ ਸਨ ਸ਼ਿਵ ਸੈਨਾ ਪੰਜਾਬ ਤੋਂ ਰਾਜੀਵ ਟੰਡਨ ਜੀ ਤੇ ਥਾਪਰ ਜੀ। ਇਹਨਾਂ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਆ ਰੋਸ ਜ਼ਾਹਿਰ ਕੀਤਾ ਹੈ ਕਿ ਕਿਸਾਨ ਜਿਹੜੇ ਬੈਠੇ ਨੇ, ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਨੇ ਸੜਕ ਰੋਕੀ ਹੈ। ਤਾਂ ਅਸੀਂ ਇਹਨਾਂ ਨਾਲ ਕੁਐਸਚਨ ਵੀ ਕੀਤੇ ਨੇ, ਸਵਾਲ ਵੀ ਕੀਤੇ ਨੇ, ਜਿਨ੍ਹਾਂ ਦੇ ਜਵਾਬ ਤੁਹਾਨੂੰ ਮਿਲ ਚੁੱਕੇ ਹੋਣਗੇ ਕਿ ਕਿਸਾਨ ਅਗਰ ਉੱਥੇ ਸੰਘਰਸ਼ ਕਰ ਰਹੇ ਨੇ ਤਾਂ ਉਹਨਾਂ ਦੀ ਕੋਈ ਮਜਬੂਰੀ ਹੈ ਤਾਂ ਸੰਘਰਸ਼ ਕਰ ਰਹੇ ਨੇ, ਲੇਕਿਨ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਵਿਰੋਧ ਕਰਦੇ ਰਹਿਣਗੇ। ਸੋ ਵਧੇਰੀ ਅਪਡੇਟ ਸੀ, ਜੁੜ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਤੁਹਾਡੇ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।